और रात उत्थे नाच रंग होण। सवेरे खबर मिले कि वह साधु है या पखंडी। पहली रात तां राजे ने जाग जाग के गुजारी, पर अमृत वेले अख लग गई। अख की लगी, एक नींद आई। अद्धे घंटे बाद सुभागी नींद खुल गई। नींद विच मिठा मिठा आत्म किरना वरसांदा सुच्ची छबी वाला मनसुख दा चेहरा दिसिया। सारियां कुलफतां दूर हो गईयां। ओह ठंडा रस, ओह प्रेम दी झरनाट, ओह हरी चरनां विच रत्ती, ओह खेड़े भरिया सिमरन, ओह हलारे ते बेखुदी दे हूटे शुरू हो गए। इधरों टहलन ने आ दसिया कि वह तां साधु नहीं, कोई पामर जीव राजा जी नूं धोखा देण आया सी। ਇਹ सुन के राजा जी ने बहुत वैराग किया ते राणी नूं आखण लगे, चंद्र कला बड़े दुख की बात होई, साडे प्रेम दे रंग विच भंग पै गया। पखंडियां ने साडे प्रेम नूं शुदा समझ के जाल विछाउणे आरंभ कर दिते हैं। साडे लई बचाव करना जरूरी हो गया है। ये जतन रस भंग करेगा। चंद्र कला स्वामी जी किवें? राजा, जिस वेले साडे कृपालू सतगुरु जी ने आउणा सी, असां डुल डुल के निरसंक हो के उन्हां दे चरनां ते टहना सी। उन्हां दे मिलाप दे स्वाद वेले चित्त विच कोई संसा सी होना। सानू संसा पै गया। पहले परखांगे फिर चुकांगे तां अंदर साडे की गल होवेगी। रता ध्यान नाल सोचना भी जदों प्यारा सचमुच आया होया होवेगा, सानू संसा फुरेगा कि ये खबरे प्यारा है कि नहीं। इस अपने संसे तो, अपने दुख और अज्ञान तो पार होने लई असी प्रीतम दा परतावा लवांगे। कमी साडे विच होवेगी, प्रीक्षा विच उस पूਰਨ जोत नूं पावांगे। जद वो पूरा निकलेगा तद मन्नांगे। सो सोच प्यारी, एक तां भारी बेअदबी होवेगी, दूजे सानू ਉਹ ਜੋ ਭੋਲੇ ਪਾ ਨਿਰਸੰਸੇ ਭਰੋਸੇ ਸਿਦਕ ਤੇ ਪ੍ਰੇਮ ਨਾਲ ਡੁੱਲ ਪੈਣ ਦਾ ਰਸ ਆਉਣਾ ਸੀ, ਨਹੀਂ ਆਵੇਗਾ। ਫਿਰ ਪਿਆਰੀ ਪ੍ਰੇਮ ਦਾ ਮੈਦਾਨ ਹੈ। ਖਬਰੇ ਪ੍ਰੀਤਮ ਸਾਡੇ ਇਸ ਵਰਤਾਓ ਨੂੰ ਝੱਲੇ ਕਿ ਨਾ। ਚੰਦਰ ਕਲਾ ਸੁਆਮੀ ਜੀ, ਪਹਿਲੀ ਬਾਤ ਆਪ ਦੀ ਠੀਕ ਹੈ, ਪਰ ਮੇਰੇ ਲੂੰ ਕੰਡੇ ਹੋ ਗਏ ਹਨ। ਕਿਸੇ ਨਿਰਦਈ ਨੇ ਇਹ ਸਾਡੇ ਨਾਲ ਬੜਾ ਅਨਿਆਏ ਕੀਤਾ ਹੈ। परंतु दूसरी बात ठीक नहीं लगती, क्योंकि वो प्रेम मूर्ति हन, कृपालू हन। उन्होंने अपने बिरध बाणे की लाज नूं, अपने त्रुठ पैण वाले सुभाव दे रंग नूं आउणा है ते मेरा करदियां हन। वो साडे अवगुणां नूं खिमा करनगे। हुण नौकर ने आके खबर दिती कि विदूखक जी आए हन ते आखदे हन कि बिना करो जो इस एकांत वक्त विचों कुछ काल मैनू बख्शण, मैं कोई गल करनी है। राजा जी सुन के कुछ सोच विच पै गए, पर चंद्र कला ने कहा, हे राजन, वे दुखक चाहे मस्खरा है पर है अंगपाल, बुला लो और मिल लो। राजा सुन के मुस्कुराया ते कहन लगा, लै आओ। विदूखक ने आके मत्था टेकिया ते बैठ गया। गल्लां तुर पईयां। ਉਹ ਜੋ ਗੱਲ ਤੇ ਜੁਗਤਾਂ ਕਰਦਾ ਹੁੰਦਾ ਸੀ, ਬੜੀਆਂ ਵਿਚਾਰਸ਼ੀਲ ਬਾਤਾਂ ਕਰ ਰਿਹਾ ਹੈ, ਔਰ ਗੁੱਝੇ ਲਾਲ ਵਾਂਗੂ ਕੀਮਤੀ ਚਮਤਕਾਰੇ ਮਾਰਦਾ ਹੈ। ਵਿਦੂਖਕ, ਰਾਜਾ ਜੀ, ਇਹ ਜੋ ਰਾਤ ਇੱਕ ਪਖੰਡੀ ਨੇ ਆ ਕੇ ਧੋਖਾ ਦਿੱਤਾ ਹੈ, ਮੇਰੇ ਜੀ ਨੂੰ ਇਸ ਤੋਂ ਬਹੁਤ ਕਲੇਸ਼ ਹੋਇਆ ਹੈ। ਇਹ ਉਹ ਗਰਾਉਂ ਦੀ ਨਿਸ਼ਾਨੀ ਹੈ ਜਿਸ ਨੇ ਸਾਰੇ ਭਾਰਤ ਵਰਸ਼ ਨੂੰ ਤਬਾਹ ਕਰ ਦਿੱਤਾ ਹੈ। 400 ਬਰਸ ਤੋਂ ਉਹ ਸਾਰਾ ਦੇਸ਼ ਨਸ਼ਟ ਹੋ ਰਿਹਾ ਹੈ। ਉੱਥੋਂ ਦੀ ਲਾਗ ਇੱਥੇ ਵੀ ਆ ਗਈ। ਜਿਸ ਦੇਸ਼ ਵਿੱਚ ਸੱਚ ਨਹੀਂ ਰਿਹਾ, ਉਹ ਦੇਸ਼ ਕਿਸ ਆਧਾਰ ਤੇ ਸੁਖੀ ਰਹਿ ਸਕਦਾ ਹੈ? ਫਿਰ ਜਿਸ ਦੇਸ਼ ਵਿੱਚ ਸਵਾਰਥ ਖੁਦਗਰਜੀ ਪ੍ਰਧਾਨ ਹੈ, ਉਹ ਦੇਸ਼ ਕਦ ਸੁਖੀ ਹੋ ਸਕਦਾ ਹੈ? ਮੇਰਾ ਚਿੱਤ ਹੈ ਕਿ ਇਸ ਪਾਮਰ ਨੂੰ ਕਰੜਾ ਦੰਡ ਦਿੱਤਾ ਜਾਵੇ। ਰਾਜਾ ਵਿਦੂਖਕ ਜੀ, ਇਹ ਮੇਰਾ ਅਪਰਾਧੀ ਹੈ। अपराध भी महान है, पर मेरे वालों योग दंड मेरी खिमा है। विदूखक, राजन, आप दी ये महान गंभीरता
ਦੇਸ਼ ਦੇ ਸੁਖੀ ਹੋਣ ਦੀ ਨਿਸ਼ਾਨੀ ਹੈ। ਇਤਨੇ ਨੂੰ ਮੰਤਰੀ ਜੀ ਦੀ ਖਬਰ ਆਈ। ਰਾਜਾ ਜੀ ਨੇ ਬੁਲਾ ਲਏ। ਨਮਸਕਾਰ ਕਰਕੇ ਮੰਤਰੀ ਜੀ ਬੈਠ ਗਏ। ਮੰਤਰੀ, ਹੇ ਰਾਜਨ, ਪੰਡਤ ਜੀ ਤੇ ਇਸ ਦਾਸ ਨੂੰ ਸ੍ਰੀ ਜੀ ਨਾਲ ਵਿੱਦਿਆ ਪਾਉਣੇ ਦਾ ਮਾਣ ਹੈ। ਫਿਰ ਸਾਡੇ ਤ੍ਰੈਆਂ ਦਾ ਮਤ ਇੱਕੋ ਹੈ। ਅੱਜ ਤੱਕ ਭਲੀ ਬੀਤ ਗਈ ਹੈ, ਹੁਣ ਏਕਾਕੀ ਆਪ ਦੇ ਖਿਆਲ ਬਦਲ ਗਏ ਹਨ। ਮੈਂ ਤਾਂ ਇਹ ਸਮਝ ਲਿਆ ਹੈ ਕਿ ਆਪ ਦੀ ਰੁਚੀ ਈਸ਼ਵਰ ਪ੍ਰੇਰਣਾ ਨਾਲ ਕਰਮਕਾਂਡ ਤੋਂ ਉੱਠ ਕੇ ਗਿਆਨ ਵਿੱਚ ਆਰੂਪ ਹੋ ਗਈ ਹੈ। ਹੋਰ ਕੁਛ ਨਹੀਂ ਹੋਇਆ, ਪਰ ਜੇ ਕੁਛ ਹੋਰ ਵੀ ਹੋਇਆ ਹੈ ਤਾਂ ਆਪ ਦਾ ਸੱਚਾ ਵਿਸ਼ਵਾਸ ਹੈ ਔਰ ਆਪ ਆਪਣੇ ਕਲਿਆਣ ਲਈ ਸੁਤੰਤਰ ਹੋ। ਆਪ ਜਿਸ ਬਾਤ ਵਿੱਚ ਕਲਿਆਣ ਸਮਝਦੇ ਹੋ, ਉਸ ਤੋਂ ਹੋੜਨ ਲਈ ਆਪ ਨਾਲ ਅਨਿਆਏ ਕਰਨਾ ਅਪਰਾਧ ਹੈ ਔਰ ਧਰਮ ਵਿਹਿਤ ਨਹੀਂ ਹੈ। ਪਰ ਅੱਜ ਜੋ ਅਪਰਾਧ ਆਪ ਨਾਲ ਹੋਇਆ ਹੈ, ਮੈਂ ਉਸ ਨੂੰ ਭਾਰੀ ਪਾਪ ਸਮਝਿਆ ਹੈ ਔਰ ਉਸ ਅਪਰਾਧੀ ਨੂੰ ਕੈਦਖਾਨੇ ਭੇਜ ਆਇਆ ਹਾਂ। ਜੇ ਆਗਿਆ ਹੋਵੇ ਤਾਂ ਉਸ ਨੂੰ ਸੂਲੀ ਦਿੱਤਾ ਜਾਵੇ। ਰਾਜਾ ਤਰਬਕ ਕੇ, ਮੰਤਰੀ, ਉਸ ਨੇ ਪਰਜਾ ਦਾ ਅਪਰਾਧ ਨਹੀਂ ਕੀਤਾ, ਮੇਰਾ ਅਪਰਾਧ ਕੀਤਾ। ਭਾਵੇਂ ਅਪਰਾਧ ਮੇਰੇ ਲਈ ਅਤ ਦੁਖਦਾਈ ਹੈ, ਪਰ ਗੁਰੂ ਨਾਨਕ ਦੇ ਚਰਨਰਜ ਦੀ ਸੁਗੰਧੀ ਦੀ ਤੁਫੈਲ ਮੈਨੂੰ ਇਤਨਾ ਵਿਸ਼ਾਲ ਦਿਲ ਪ੍ਰਾਪਤ ਹੋ ਆਇਆ ਹੈ ਕਿ ਜੋ ਉਸ ਮਹਾਨ ਦੁੱਖ ਤੋਂ ਜੋ ਉਸ ਮੈਨੂੰ ਦਿੱਤਾ ਹੈ, ਇੰਨਾ ਵਡੇਰਾ ਹੈ ਕਿ ਮੈਂ ਉਸ ਨੂੰ ਖਿਮਾ ਕਰਦਾ। ਮੰਤਰੀ, ਆਪ ਦੀ ਵਡਿਆਈ, ਖਿਮਾ, ਧੀਰਜ, ਗੰਭੀਰਤਾ ਐਸੇ ਹੀ ਹਨ, ਪਰ ਇਸੇ ਵਿੱਚ ਦੇਸ਼ ਦੇ ਸੁਭਾਗ ਹਨ। ਪਰੰਤੂ ਦੰਡ ਨਾ ਦਿੱਤਾ ਤਾਂ ਇਸ ਤਰ੍ਹਾਂ ਦੇ ਅਪਰਾਧ ਨਿਤਾ ਪ੍ਰਤੀ ਹੋਣਗੇ। ਔਰ ਇਸ ਪਾਪ ਦਾ ਇਹ ਅਰਥ ਨਹੀਂ ਕਿ ਕਿਸੇ ਨੇ ਧੋਖਾ ਦਿੱਤਾ ਹੈ। ਇਸ ਧੋਖੇ ਦਾ ਅਰਥ ਹੈ ਕਿਸੇ ਵਿੱਚ ਬਲ ਨਾ ਹੋਣ ਕਰਕੇ ਛਲ ਵਰਤਿਆ ਗਿਆ ਹੈ। ਸੋ ਇਹ ਛਲ ਨਹੀਂ, ਬਲ ਹੀ ਹੈ। ਜੇ ਸੱਚਮੁੱਚ ਕਿਸੇ ਪਾਸ ਬਲ ਹੁੰਦਾ ਤਾਂ ਆਪ ਨੂੰ ਦੁੱਖ ਦਿੱਤਾ ਜਾਂਦਾ। ਜੈਸੇ ਸੁਣਦੇ ਹਾਂ ਕਿ ਭਾਰਤ ਵਰਸ਼ ਵਿੱਚ ਕਈ ਮੁਸਲਮਾਨ ਰਾਜੇ ਕਰ ਰਹੇ ਹਨ। ਇੱਥੇ ਬਲ ਨਹੀਂ, ਇਸ ਵਾਸਤੇ ਛਲ ਤੋਂ ਕੰਮ ਲਿਆ ਗਿਆ ਹੈ। ਇਹ ਇੱਕ ਪ੍ਰਕਾਰ ਦਾ ਆਪ ਨਾਲ ਮੁਕਾਬਲਾ ਹੈ। ਆਗਿਆ ਦਿਓ ਤਾਂ ਡੂੰਘੀ ਖੋਜ ਭਾਲ ਹੋਵੇ ਤੇ ਯੋਗ ਦੰਡ ਮਿਲੇ। ਰਾਜਾ, ਸੱਚ ਹੈ, ਸੰਸਾਰ ਵਿੱਚ ਧਰਮ ਦੇ ਨਾਮ ਹੇਠ ਬਹੁਤ ਕਸ਼ਟ ਪਹੁੰਚਾਇਆ ਜਾਂਦਾ ਹੈ ਔਰ ਇਹ ਭੁੱਲ ਹੈ। ਮੈਂ ਨਹੀਂ ਕਰਾਂਗਾ, ਪਰ ਮੈਂ ਇਸ ਦੇ ਕਸ਼ਟ ਝੱਲਣ ਲਈ ਤਿਆਰ ਹਾਂ। ਖੋਜਾਂ ਕੀ ਕਰਨੀਆਂ ਹਨ? ਮੇਰੇ ਇਹਨਾਂ ਨੈਣਾਂ ਨਾਲ ਅਣਡਿੱਠੇ ਪ੍ਰੀਤਮ ਜੀ ਪ੍ਰੇਮ ਬਾਣ ਲੈ ਕੇ ਆ ਰਹੇ ਹਨ। ਬਿਨਾਂ ਖੋਜ ਹੀ ਸਭ ਨੂੰ ਸਰ ਕਰਨਗੇ। ਮੰਤਰੀ ਜੀ, ਤੁਸੀਂ ਖਿਮਾ ਕਰੋ ਔਰ ਇਸ ਛੋਟੇ ਦਿਲ ਵਾਲੇ ਸਾਧੂ ਨੂੰ ਛੋੜ ਦਿਓ, ਔਰ ਜਿਨ੍ਹਾਂ ਦਾ ਉਹ ਦੂਤ ਹੈ ਉਹਨਾਂ ਦੇ ਅਵਗੁਣ ਕੱਜੇ ਰਹਿਣ ਦਿਓ। ਖਿਮਾ ਦਾ ਸੂਰਜ ਉਹਨਾਂ ਨੂੰ ਚੁੱਪਚਾਪ ਪ੍ਰਕਾਸ਼ ਦਾਨ ਕਰੇਗਾ। ਮੇਰੀ ਅੱਗੋਂ ਦੀ ਰਾਖੀ ਇਸ ਤਰ੍ਹਾਂ ਕਰੋ, ਜੋ ਸ਼ਖਸ ਆ ਕੇ ਕਹੇ ਕਿ ਮੈਂ ਉਹ ਹਾਂ ਤਾਂ ਉਸ ਦਾ ਆਦਰ ਕਰੋ, ਪਰ ਕਰੜੀ ਪ੍ਰੀਖਿਆ ਵਿੱਚ ਪਾਓ। ਉਸ ਦਾ ਚਾਲ ਚੱਲਣ ਅਰਥਾਤ ਸਦਾਚਾਰ ਦਰੁਸਤ ਨਿਕਲੇ ਤਾਂ ਮੈਨੂੰ ਖਬਰ ਦਿਓ, ਤੇ ਜੇ ਉਸ ਦਾ ਆਚਰਣ ਇਖਲਾਕ ਹੀ ਠੀਕ ਨਾ ਨਿਕਲੇ ਤਾਂ ਉਸ ਨੂੰ ਵਿਦਾ ਕਰ ਦਿਓ। ਦੰਡ ਕੋਈ ਨਾ ਦਿਓ। ਇੱਧਰ ਮੈਨੂੰ ਖਬਰ ਕੋਈ ਨਾ ਦਿਓ। ਕਿਉਂ ਵਿਦੂਖਕ ਜੀ, ਤੁਸੀਂ ਵੀ ਯੋਗ ਦਰਸ਼ਨ ਪੜ੍ਹੇ ਹੋ, ਜਿਸ ਦੇ ਯਮ ਨਿਯਮ ਹੀ ਨਹੀਂ ਸਮਰੇ, ਉਸ ਦੇ ਵਿੱਚ ਯੋਗ ਦੀ ਸੰਭਾਵਨਾ ਕਰਨੀ ਹੀ ਭੁੱਲ ਹੈ। ਆਪ ਖਫਾ ਤਾਂ ਨਹੀਂ ਹੋ? ਵਿਦੂਖਕ, ਮੈਂ ਚਰਨਾਂ ਦਾ ਦਾਸ ਹਾਂ। ਮੇਰੀ ਨੌਕਰੀ ਇਹ ਸੀ ਕਿ ਆਪ ਨੂੰ ਖੁਸ਼ ਰੱਖਾਂ। ਆਪ ਹੁਣ ਆਪਣੇ ਆਪ ਵਿੱਚ ਖੁਸ਼ ਹੋ। ਆਪ ਨੂੰ ਖੁਸ਼ ਰਹਿਣੇ ਲਈ ਮੇਰੇ ਜਿਹੇ ਭੰਡ ਮਸਖਰੇ ਦੀ ਲੋੜ ਨਹੀਂ ਰਹੀ। ਇਸ ਦੇ ਅਰਥ ਇਹ ਹਨ ਕਿ ਜਿਸ ਕਾਰਜ ਲਈ ਮੈਂ ਨੌਕਰ ਹਾਂ, ਉਹ ਸ੍ਰੀ ਜੀ ਨੂੰ ਸੁੱਤੇ ਤੇ ਉਚੇਰਾ ਪ੍ਰਾਪਤ ਹੋ ਰਿਹਾ ਹੈ। ਆਪ ਦੀ ਖੁਸ਼ੀ ਵਿੱਚ ਮੇਰੀ ਖੁਸ਼ੀ ਹੈ। ਆਪ ਪ੍ਰਸੰਨ ਹੋ। ਮੇਰੀ ਨੌਕਰੀ ਕੁਦਰਤ ਆਪ ਕਰ ਰਹੀ ਹੈ, ਮੈਨੂੰ ਆਰਾਮ ਦੇ ਰਹੀ ਹੈ। ਹੇ ਭਗਵਾਨ, ਮੈਂ ਖੁਸ਼ ਹਾਂ। ਆਪ ਦਾ ਵਿਸ਼ਵਾਸ ਸੱਚਾ ਹੈ, ਆਪ ਦਾ ਪ੍ਰੇਮ ਠੀਕ ਹੈ। ਆਪ ਦੇ ਆਤਮਾ ਵਿੱਚ ਮੈਂ ਨਿਵਾਰਨ ਸੁਖ ਦਾ ਪ੍ਰਵੇਸ਼ ਦੇਖਦਾ ਹਾਂ। ਨਿਰਵਾਣ ਦਾ ਆਨੰਦ, ਬਰਕਤ ਤੇ ਰਹੱਸ ਅਸਾਂ ਪੜ੍ਹੇ ਤੇ ਸੁਣੇ, ਪਰ ਤੱਕੇ ਨਹੀਂ ਸੇ।
ਹੁਣ ਮੈਂ ਪ੍ਰਤੱਖ ਆਪ ਵਿੱਚ ਉਸ ਦਾ ਨਿਵਾਸ ਦੇਖਦਾ ਹਾਂ, ਸਗੋਂ ਮੇਰੇ ਚਿੱਤ ਵਿੱਚ ਤਾਂ ਆਪ ਪਰ ਆਮਹਾਰੀ ਸ਼ਰਧਾ ਆ ਰਹੀ ਹੈ। ਇਸ ਸੁਖ ਦਾ ਨਾਮ ਆਪ ਕੁਛ ਰੱਖੋ। ਮੇਰੀ ਅਸੀਸ ਇਹ ਹੈ ਕਿ ਇਹ ਸੁਖ ਆਪ ਦਾ ਵਧੇ। ਨਾਨਕ ਸਾਜਨ ਕੋ ਬਲ ਜਾਈਐ, ਸਾਚ ਮਿਲੇ ਘਰ ਆਏ। ਇਸ ਤੋਂ ਬਾਅਦ ਸਮਾਂ ਲੰਘਦਾ ਰਿਹਾ। ਕਈ ਸਾਧੂ ਆਏ। ਕਈਆਂ ਨੇ ਆਖਿਆ ਮੈਂ ਨਾਨਕ ਹਾਂ, ਪਰ ਜੋ ਕਸਵੱਟੀ ਹੁਣ ਲਈ ਜਾਂਦੀ ਸੀ ਉਸ ਪਰ ਕੋਈ ਪੂਰਾ ਨਾ ਉਤਰਿਆ। ਕੋਈ ਸੂਰਾ ਵਰਿਆਮ ਆਪਣੇ ਤੇ ਫਤਿਹ ਪਾਈ ਹੋਈ ਵਾਲਾ ਹੁੰਦਾ, ਕੋਈ ਪੂਰਨ ਹਰੀ ਰਸ ਦਾ ਰਸੀਆ ਹੁੰਦਾ ਤਾਂ ਪੂਰਾ ਉਤਰਦਾ। ਕਈ ਤਿਆਗੀ ਵੈਰਾਗੀ ਆਏ, ਪਰ ਅੰਤ ਮਾਇਆ ਦੇ ਕਈ ਰੰਗਾਂ ਦੇ ਪਰਤਾਵਿਆਂ ਵਿੱਚ ਜੋ ਮੰਤਰੀ ਜੀ ਆਪਣੇ ਪ੍ਰਬੰਧ ਹੇਠ ਪਾਉਂਦੇ, ਕਿਤੇ ਨਾ ਕਿਤੇ ਜਾ ਕੇ ਟਹਿ ਪੈਂਦੇ। ਇੱਕ ਦਿਨ ਫੇਰ ਰਾਜਾ ਜੀ ਸਮੁੰਦਰ ਕਿਨਾਰੇ ਬੈਠੇ। ਚੰਦਰ ਕਲਾ ਪਾਸ ਬੈਠੀ ਸੀ। ਆਪ ਕਹਿ ਰਹੇ ਸਨ, ਪਿਆਰੀ, ਉੱਤਰੀ ਦਿਸ਼ਾ ਵੱਲ ਦੀ ਪੌਣ ਪਿਆਰੇ ਦੀ ਸੁਗੰਧੀ ਲਿਆਇਆ ਕਰਦੀ ਸੀ। ਅੱਜ 3 ਦਿਨਾਂ ਤੋਂ ਪੌਣ ਸੱਖਣੀ ਆਉਂਦੀ ਹੈ। ਮੇਰੇ ਭਾਗ ਵੀ ਕਦੇ ਜਾਗਣਗੇ, ਕਦੇ ਦਰਸ਼ਨਾਂ ਦੀ ਸਿੱਖ ਮੇਰੀ ਵੀ ਪੂਰੀ ਹੋਵੇਗੀ। ਫਿਰ ਇੱਕ ਗੀਤ ਗਾਵਿਆ ਜਿਸ ਦਾ ਭਾਵ ਇਸ ਪ੍ਰਕਾਰ ਦਾ ਸੀ, ਖੜੀ ਕਿਨਾਰੇ ਕੂਕ ਪੁਕਾਰਾਂ ਸਾਈਂ ਨੂੰ, ਪਈ ਵਾਜਾਂ ਮਾਰਾਂ ਆ ਸਾਈਂ, ਮੈਂ ਤਨ ਮਨ ਵਾਰਾਂ, ਅਲ ਵਿਲੱਲੀ ਚੱਲੀ ਹਾਂ, ਜੀ ਤਰਸੇ ਉੱਡ ਮਿਲਾਂ ਪਿਆਰੇ, ਲੋਚਾਂ ਜਾਵਾਂ ਪਾਰ ਕਿਨਾਰੇ, ਜਾਵਾਂ ਮੈਂ ਕਿਸ ਓਟ ਸਹਾਰੇ, ਸਿੱਖ ਦੀ ਖੜੀ ਇਕੱਲੀ ਹਾਂ, ਉਤ ਵੱਲ ਜਾਣੋ ਵਰਜ ਰਹਾਣੀ, ਇਤ ਵੱਲ ਖੜਿਆਂ ਉਮਰ ਵਿਹਾਣੀ, ਜਾਏ ਨਾ ਸਕਾਂ ਆਪ ਨਿਮਾਣੀ, ਦੁਖੀਆ ਘੜੀ ਦੁਵੱਲੀ ਹਾਂ, ਆਵੋ ਪ੍ਰੀਤਮ ਦਰਸ ਦਿਖਾਵੋ, ਕਰੋ ਮਿਹਰ ਚਾਹ ਫੇਰਾ ਪਾਵੋ, ਸਿੱਖ ਦੀ ਚਰਨੀ ਆਣ ਲਗਾਵੋ, ਬੌਰੀ ਹੋ ਹੁਣ ਚੱਲੀ ਹਾਂ। ਇਸ ਤਰ੍ਹਾਂ ਦੇ ਵੈਰਾਗ ਵਿੱਚ ਸਨ ਕਿ ਮੰਤਰੀ ਜੀ ਆ ਗਏ ਤੇ ਆਖਣ ਲੱਗੇ, ਹੇ ਰਾਜਾ ਜੀ, 3 ਦਿਨਾਂ ਤੋਂ ਇੱਕ ਸਾਧੂ ਆਏ ਹਨ, ਜਿਨ੍ਹਾਂ ਵਰਗਾ ਅੱਗੇ ਕੋਈ ਨਹੀਂ ਆਇਆ। ਪਹਿਲੇ ਤਾਂ ਉਹਨਾਂ ਆਪ ਹੀ ਆ ਕੇ ਸੁੱਕੇ ਬਾਗ ਵਿੱਚ ਡੇਰਾ ਲਾਇਆ ਹੈ। 2 ਆਦਮੀ ਸੋਹਣੀ ਨੁਹਾਰ ਦੇ ਨਾਲ ਹੋਰ ਹਨ। ਮਾਲੀ ਦੱਸਦਾ ਹੈ, ਉਹਨਾਂ ਦੇ ਕਦਮ ਰੱਖਦੇ ਸਾਰ ਸੁੱਕੇ ਬੂਟੇ ਬਾਗ ਦੇ ਹਰੇ ਹੋ ਗਏ, ਸ਼ਗੂਫੇ ਫੁੱਟ ਪਏ ਹਨ। ਦੂਸਰੇ ਜਿੱਦਣ ਦੇ ਆਏ ਹਨ, ਨਿਰਾਹਾਰ ਹਨ। ਸਾਥੀਆਂ ਨੇ ਥੋੜਾ ਦਾਲ ਤੇ ਚਾਵਲ ਪਾਏ ਹਨ, ਪਰ ਆਪ ਅਜੇ ਤੱਕ ਪਾਉਣ ਆਹਾਰੀ ਹਨ ਅਤੇ ਆਪ ਇਸ ਫਾਕੇ ਨਾਲ ਕੋਈ ਲਿੱਸੇ ਮਾੜੇ ਨਹੀਂ ਹੋਏ। ਤੀਜੇ ਜੋ ਸਰੀਰ ਉਹਨਾਂ ਦੀ ਪ੍ਰੀਖਿਆ ਵਾਸਤੇ ਜਾਂਦਾ ਹੈ, ਬਾਗ ਵੜਦਿਆਂ ਉਸ ਦੀ ਸੁਰਤ ਹੋਰ ਹੋ ਜਾਂਦੀ ਹੈ, ਪ੍ਰੀਖਿਆ ਭੁੱਲ ਜਾਂਦੀ ਹੈ, ਹਿਰਦੇ ਵਿੱਚ ਖਿੜਾਓ ਹੋਣ ਲੱਗ ਪੈਂਦਾ ਹੈ। ਦੂਰ ਤੋਂ ਦਰਸ਼ਨ ਹੁੰਦੇ ਹਨ ਤਾਂ ਜ਼ੁਬਾਨ ਬੰਦ ਹੋ ਜਾਂਦੀ ਹੈ, ਬੋਲ ਨਹੀਂ ਹੁੰਦਾ, ਆਪਣੇ ਆਪ ਸਿਰ ਨਹੀਂ ਆਉਂਦਾ ਹੈ। ਉਹਨਾਂ ਪਵਿੱਤਰ ਚਰਨਾਂ ਤੇ ਡਿੱਗ ਪੈਂਦਾ ਹੈ। ਚਰਨੀ ਲੱਗਦਿਆਂ ਧੁਨੀ ਛਿੜ ਪੈਂਦੀ ਹੈ, ਵਾਹਿਗੁਰੂ ਵਾਹਿਗੁਰੂ। ਜਦ ਮੁੜ ਆਉਂਦਾ ਹੈ ਤਾਂ ਨੈਣ ਨੀਰ ਪੂਰਤ ਹੁੰਦੇ ਹਨ। ਪੁੱਛੋ ਤਾਂ ਇਹ ਉੱਤਰ ਮਿਲਦਾ ਹੈ, ਆਪਣੇ ਮਾਲਕ ਨੂੰ ਯਾਦ ਕਰੋ, ਰਚਨਹਾਰ ਨਾਲ ਪ੍ਰੇਮ ਕਰੋ। ਹੇ ਰਾਜਾ, ਜਿਤਨੇ ਸਰੀਰ ਗਏ ਸਭ ਦੀ ਇਸ ਪ੍ਰਕਾਰ ਕਾਇਆ ਪਲਟ ਹੋ ਗਈ ਹੈ। ਰਾਜਾ ਰੁਕ ਕੇ ਕੁਝ ਨਾਮ ਪਤਾ ਦੱਸਦੇ ਹਨ। ਮੰਤਰੀ ਚੁੱਪ ਹਨ, ਕਿਸੇ ਗੱਲ ਦਾ ਉੱਤਰ ਨਹੀਂ ਦਿੰਦੇ। ਜੋ ਸਰੀਰ ਪਰਤਾਵਾ ਲੈਣ ਜਾਵੇ ਉਹ ਬੇਜ਼ਬਾਨ ਹੋ ਜਾਂਦਾ ਹੈ, ਉਹ ਉੱਪਰਲੀ ਦਸ਼ਾ ਵਿੱਚ ਹੁੰਦਾ ਹੈ। ਅੱਜ ਮੈਂ ਤੇ ਵਿਦੁਖਕ ਜੀ ਆਪ ਗਏ ਸਾਂ। ਉਹ ਤਾਂ ਦਰਸ਼ਨ ਮਗਨ ਉੱਥੇ ਹੀ ਬੈਠੇ ਹਨ। ਆਖਦੇ ਹਨ, ਇਹ ਨਿਰਵਾਸ਼ ਜੋਤ ਜ਼ਰੂਰ ਹਨ। ਜਾਓ ਰਾਜਾ ਜੀ ਨੂੰ ਆਖੋ ਨਿਰਸੰਸੇ ਆਉਣ। ਮੈਨੂੰ ਕਹਿੰਦੇ ਸਨ, ਐਡੇ ਪਿਆਰੇ ਹਨ, ਜੋ ਮੈਨੂੰ ਇਹ ਕੇਵਲ ਕਹਿ ਦੇਣਗੇ ਕਿ ਰੱਬ ਹੈ ਤਾਂ ਮੈਂ ਮੰਨ ਲਵਾਂਗਾ ਤੇ ਬੋਧ ਧਰਮ ਹੁਣੇ ਹੀ ਤਿਆਗ ਦਿਆਂਗਾ। ਫੇਰ ਕਹਿਣ ਲੱਗੇ, ਮੈਂ ਇਹ ਮੋਹਣੀ ਮੂਰਤ ਨੂੰ ਦੇਖ ਕੇ ਮੋਹਿਆ ਗਿਆ ਹਾਂ। ਇਹ ਆਦਮੀ ਨਹੀਂ ਹੈ, ਜ਼ਰੂਰ ਕੋਈ ਮਹਾਨ ਅਵਤਾਰ ਹੈ। ਹੇ ਰਾਜਾ, ਮੈਂ ਵੀ ਖਿੱਚ ਖਾ ਕੇ ਆਇਆ ਹਾਂ, ਬੜੇ ਪਿਆਰੇ ਲੱਗਦੇ ਹਨ।
ਧਰਤੀ ਦੇ ਜੀਵ ਹੀ ਨਹੀਂ ਲੱਗਦੇ, ਮਨ ਮੰਨਦਾ ਹੈ ਕਿ ਆਕਾਸ਼ਾਂ ਤੋਂ ਆਏ ਹਨ। ਰਾਜਾ ਹਉਕਾ ਲੈ ਕੇ ਮੰਤਰੀ ਉਸ ਪਖੰਡੀ ਨੂੰ ਮੱਥਾ ਟੇਕ ਕੇ ਮੇਰੇ ਮਨ ਨੂੰ ਜੋ ਦੁੱਖ ਹੋਇਆ ਉਹ ਦੁੱਖ ਭੁੱਲਦਾ ਨਹੀਂ, ਤਦ ਦਾ ਚਿੱਤ ਇਹੋ ਡਰਦਾ ਹੈ ਕਿ ਸੱਚੇ ਬਿਨਾਂ ਇਹ ਸਿਰ ਕਿਸੇ ਅੱਗੇ ਭੁੱਲ ਨਾਲ ਵੀ ਨਾ ਝੁਕੇ। ਹੁਣ ਭੱਜ ਕੇ ਪਹੁੰਚਣ ਨੂੰ ਜੀ ਉਮਲਦਾ ਹੈ। ਮੰਤਰੀ, ਹੇ ਰਾਜਨ, ਹੁਣ ਤਾਂ ਸੱਚ ਸਾਮਰਤਕ ਹੈ। ਕੱਲ ਰਾਗ ਵਿਦਿਆ ਵਿੱਚ ਨਿਪੁੰਨ ਸੁੰਦਰੀਆਂ ਗਈਆਂ, ਜੋ ਨ੍ਰਿਤਕਾਰੀ ਕਰਕੇ ਉਹਨਾਂ ਨੂੰ ਆਪਣੇ ਰੰਗ ਵਿੱਚੋਂ ਉਖੇੜਨ। ਪਰ ਉਸ ਮਿਰਦੁਲ ਮੂਰਤੀ ਨੇ ਜਾਂਦਿਆਂ ਹੀ ਆਖਿਆ, ਰਾਗ ਨੂੰ ਹਰੀ ਕੀਰਤਨ ਵਿੱਚ ਵਰਤੋ, ਨਾਮ ਜਪੋ। ਉਸ ਵਕਤ ਉਹ ਸਮਾਧੀ ਵਿੱਚ ਬੈਠ ਗਈਆਂ। ਕੁਛ ਦੇਰ ਬਾਅਦ ਹੋਸ਼ ਪਰਤੀ ਤਾਂ ਮੁੜੀਆਂ। ਉਹਨਾਂ ਦੇ ਨੈਣ ਜਲ ਨਾਲ ਭਰੇ ਹਨ ਔਰ ਸਰੀਰ ਵਿੱਚੋਂ ਹਰੀ ਨਾਮ ਦੀ ਅਖੰਡਾਕਾਰ ਧੁਨੀ ਮਾਨੋ ਨਿਕਲ ਰਹੀ ਹੈ। ਇਸ ਤਰ੍ਹਾਂ ਦਿਸਦੀਆਂ ਹਨ ਕਿ ਪਵਿੱਤਰਤਾ ਔਰ ਹਰੀ ਸਿਮਰਨ ਦੀਆਂ ਦੇਵੀਆਂ ਹਨ। ਹੇ ਰਾਜਾ, ਬਾਗ ਵਿੱਚ ਪ੍ਰਭਾਵ ਹੀ ਕੁਛ ਹੋਰ ਹੈ। ਪੈਰ ਰੱਖਦਿਆਂ ਹੀ ਖਿੜਦਾ ਹੈ, ਠੰਡ ਵਰਤਦੀ ਹੈ, ਸ਼ਾਂਤੀ ਆਉਂਦੀ ਹੈ। ਇਉਂ ਲੱਗਦਾ ਹੈ ਜਿਕੂ ਰੱਬ ਹੀ ਰੱਬ ਹੋ ਰਿਹਾ ਹੈ। ਮੇਰੀ ਜਾਚੇ ਹੁਣ ਸੰਸਾ ਨਹੀਂ। ਮਨ ਸੁਖ ਦਾ ਗੁਰੂ, ਆਪ ਦਾ ਗੁਰੂ ਨਾਨਕ, ਦ੍ਰਿਸ਼ਟੀ ਦਾ ਤ੍ਰਾਣ ਕਰਤਾ, ਮਹਾਨ ਰਿਖੀਆਂ ਦਾ, ਸ਼੍ਰੋਮਣੀ ਅਵਤਾਰਾਂ ਦਾ ਗੁਰੂ ਅਵਤਾਰ ਇਹੋ ਹੈ। ਰਾਜਾ ਇਹ ਸੁਣ ਕੇ ਚੱਕਰ ਖਾ ਕੇ ਟਹਿ ਪਿਆ। ਫੇਰ ਸੰਭਲਿਆ ਤੇ ਬੋਲਿਆ, ਆਹੋ ਮੈਂ ਅਪਰਾਧੀ, ਮੈਂ ਆਪਣੇ ਮਾਲਕ ਦੇ ਪਰਤਾਵੇ ਲਏ, धिक ਮੇਰੇ ਤਰਬਕ ਕੇ। ਹੈਂ ਮੰਤਰੀ, ਤੂੰ ਕੀ ਆਖਦਾ ਹੈ? ਮੰਤਰੀ, ਪਾਤਸ਼ਾਹ, ਹੁਣ ਤਾਂ ਆਪ ਹੈ, ਆਪ ਹੈ, ਆਪ ਹੈ। ਅੱਜ ਤਾਂ ਮੈਂ ਤੇ ਵਿਦੂਖਕ ਜੀ ਨੇ ਨਾਮ, ਜਾਤ, ਪਤਾ ਪੁੱਛਣ ਦੀ ਵੀ ਗੁਸਤਾਖੀ ਕੀਤੀ, ਪਰ ਉਹ ਕੀਰਤਨ ਵਿੱਚ ਮਗਨ ਸਨ। ਆਪ ਦੇ ਦੈਵੀ ਗਲੇ ਤੋਂ ਜੋ ਅਨਾਹਦ ਨਾਦ ਹੋਇਆ, ਇਹ ਕੁਛ ਗਾਵਿਆ ਗਿਆ ਜੋ ਆਪਣੇ ਲੇਖਕ ਜੀ ਨੇ ਨਾਲੋਂ ਨਾਲ ਲਿਖ ਲਿਆ। ਜੋਗੀ ਜੁਗਤ ਨਾਮ ਨਿਰਮਾਇਲ, ਤਾਂ ਕੈ ਮੈਲ ਨਾ ਰਾਤੀ। ਪ੍ਰੀਤਮ ਨਾਥ ਸਦਾ ਸਚ ਸੰਗੇ, ਜਨਮ ਮਰਨ ਗਤ ਬੀਤੀ। ਗੁਸਾਈ ਤੇਰਾ ਕਹਾ ਨਾਮ, ਕੈਸੇ ਜਾਤੀ। ਜਾਤੋ ਭੀਤਰ ਮਹਿਲ ਪੁਲ ਬੁਲਾਵੇਂ, ਪੂਛੋ ਬਹੁਤ ਨਿਰੰਤੀ ਰਹਾਓ। ਬ੍ਰਾਹਮਣ ਬ੍ਰਹਮ ਗਿਆਨ ਇਸਨਾਨੀ, ਹਰ ਗੁਣ ਪੂਜੇ ਪਾਤੀ। ਏਕੋ ਨਾਮ ਏਕ ਨਾਰਾਇਣ, ਤ੍ਰੇ ਪਵਨ ਏਕਾ ਜੋਤੀ। ਜਿਹਵਾ ਡੰਡੀ ਇਹ ਘਟ ਸ਼ਾਬਾ, ਤੋਲੋਂ ਨਾਮ ਅਜਾਚੀ। ਏਕੋ ਹਾਟ ਸਾਹ ਸਭਨਾ ਸਿਰ, ਵਣਜਾਰੇ ਇਕ ਭਾਤੀ। ਦੋਵੈ ਸਿਰੇ ਸਤ ਗੁਰੂ ਨਬੇੜੇ, ਸੋ ਬੂਝੈ ਜਿਸ ਏਕ ਲਿਵ ਲਾਗੀ। ਜਿਉ ਰਹੇ ਨਿਭਰਾਤੀ, ਸ਼ਬਦ ਵਸਾਏ ਭਰਮ ਚੁਕਾਏ। ਸਦਾ ਸੇਵਕ ਦਿਨ ਰਾਤੀ। ਊਪਰ ਗਗਨ ਗਗਨ ਪਰ ਗੋਰਖ, ਤਾਂ ਕਾ ਅਗੰਮ ਗੁਰੂ ਪੁਨਵਾਸੀ। ਗੁਰ ਬਚਨੀ ਬਾਹਰ ਕਰ ਏਕੋ, ਨਾਨਕ ਭਇਆ ਉਦਾਸੀ। ਇਹ ਸ਼ਬਦ ਦੀ ਧੁਨੀ ਮਾਰੂ ਰਾਗ ਵਿੱਚ ਸੀ। ਇਹ ਵੈਰਾਗ ਦਾ ਨਕਸ਼ਾ ਬਣ ਗਈ। ਉਹ ਇਲਾਹੀ ਧੁਨ ਸੁਣਦੇ ਸਭ ਪੱਥਰ ਦੀਆਂ ਮੂਰਤੀਆਂ ਵਾਂਗ ਨਿਸ਼ਚਲ ਹੋ ਗਏ ਤੇ ਸਾਨੂੰ ਸਾਫ਼ ਉੱਤਰ ਮਿਲ ਗਿਆ ਕਿ ਆਪ ਦਾ ਹੀ ਨਾਮ ਨਾਨਕ ਹੈ। ਰਾਜਾ, ਸੱਚ ਹੈ, ਉਹ ਪਤਿਤ ਪਾਵਨ ਆਪ ਹੈ, ਪਰ ਮੈਂ ਪਤਿਤ ਹਾਂ। ਪਰ ਹਾਂ, ਉਹ ਪਤਿਤ ਪਾਵਨ ਹੈ। ਇਹ ਕਹਿ ਕੇ ਰਾਜਾ ਦਾ ਦਿਲ ਟੁੱਟਾ। ਪ੍ਰੇਮ ਦਾ ਪ੍ਰਵਾਹ ਕੜ ਪਾੜ ਕੇ ਚੜਿਆ। ਹੱਦ ਬੰਨੇ ਸੋਚਾਂ ਸੰਸੇ ਰੁੜ ਗਏ। ਪ੍ਰੀਤ ਦੀ ਕਾਂਗ ਆਈ, ਇਸ਼ਕ ਦੀ ਨਾ ਰੁਕਣ ਵਾਲੀ ਹੜ੍ਹ ਦੇ ਵੇਗ ਦੀ ਰਹੁ ਆਈ। ਸੁਰਤ ਨੂੰ ਲੈ ਟੁਰੀ, ਮਨ ਨੂੰ ਲੈ ਟੁਰੀ, ਦੇਹ ਨੂੰ ਲੈ ਟੁਰੀ। ਖਿੱਚ ਦੀ ਤ੍ਰਿਖੀ ਕਾਂਗ ਰਾਜਾ ਨੂੰ ਨਸਾਈ ਲਈ ਜਾਂਦੀ ਹੈ, ਭਜਾਈ ਲਈ ਜਾਂਦੀ ਹੈ। ਪ੍ਰੀਤਮ ਆਇਆ, ਮੇਰਾ ਪ੍ਰੀਤਮ ਆਇਆ, ਕਹਿੰਦਾ ਲੋਹਾ ਜਿਉਂ ਧਾ ਕੇ ਚੁੰਬਕ ਵੱਲ ਜਾਂਦਾ ਹੈ, ਇਉਂ ਤੂੰ ਹੀ ਦਾ ਜਾ ਰਿਹਾ ਹੈ। ਵੱਛਾ ਮਾਂ ਵੰਨੀ ਭੰਨਾ ਜਾਂਦਾ ਹੈ। ਕਾਲੀ ਹੋਈ ਨਦੀ ਸਮੁੰਦਰ ਵੱਲ ਨੱਠੀ ਜਾਂਦੀ ਹੈ, ਤਿਵੇਂ ਰਾਜਾ ਸਤਿਗੁਰੂ ਵੱਲ ਭੱਜਾ ਜਾ ਰਿਹਾ ਹੈ। ਬਾਗ ਦਾ ਵਾਯੂਮੰਡਲ ਆਤਮ ਸੁਗੰਧੀ ਨਾਲ ਭਰਪੂਰ ਹੈ। ਜਾ ਕੇ ਦਰਸ਼ਨ ਕੀਤਾ, ਕਲੇਜਾ ਖਿੱਚ ਤੇ ਪਿਆਰ ਨਾਲ ਹੋਰ ਟੁੱਟ ਗਿਆ। ਮੱਲੋ ਮੱਲੀ ਸਿਰ ਝੁਕ ਗਿਆ, ਸੁਰਤ ਮੋਹੀ ਗਈ। ਮਹਾਰਾਜ ਦੇ ਨੇਤਰ ਬੰਦ ਸਨ। ਉਸ ਵੇਲੇ ਦੈਵੀ ਨੈਣ ਖੁੱਲੇ। ਰਾਜਾ ਚਾਲ ਨਹੀਂ ਚੱਲ ਸਕਿਆ।
ਫੇਰ ਪੈਰੀਂ ਟੱਠਾ, रो रो के बलहार ते जलहार हो गया। कितना चिर चरना ते सिर रखे नूं सुध न रही। हाय राजा तरस दे ते सिख दे राजा, अज तेरी सिख पूरी होई। सच खंड तो टुर के जो संसार रखिया निमित्त आया है, वो अज तेरे गृह आया है। हाँ मत्था टेक, सिर ना चक, लीन हो और इन्हां ही चरना कमलों विच लीन हो जा। प्यार हो राजा, ਹੁਣ ਅੰਮ੍ਰਿਤ ਕੁੰਡ ਤੋਂ ਸੀਸ ਕਾਸ ਨੂੰ ਚਾਹੁੰਦਾ ਹੈ। ਦੇਖ ਕਿਸ ਤਰ੍ਹਾਂ ਦੀ ਜੀਵਨ ਤੇ ਹਲਾਰੇ ਭਰੀ ਤੇ ਰਸ ਦੇ ਲਹਿਰੇ ਭਰੀ ਚਰਨਾਟ ਚਰਨਾ ਥੀ ਤੇਰੇ ਸਰੀਰ ਵਿੱਚ ਆ ਰਹੀ ਹੈ। ਪਿਆਰ ਹੋ ਰਾਜਾ, ਇਹ ਸੁਖ ਪੁੰਜ ਖਜ਼ਾਨੇ ਤੇ ਪਿਆਰ ਹੋ। ਅੱਜ ਤੇਰੇ ਧਨ ਭਾਗ ਹਨ। ਸਤਿਗੁਰੂ ਜੀ ਨੇ ਪਿਆਰ ਦੇ ਕੇ ਉਠਾਇਆ ਤੇ ਆਖਿਆ, ਰਾਜਾ ਸਾਵਧਾਨ ਹੋ, ਨਿਰੰਕਾਰ ਦੀ ਜੋਤ ਸੰਭਾਲ। ਰਾਜਾ ਉੱਠਦਾ ਹੈ, ਸੰਭਲਦਾ ਹੈ, ਪਰ ਪ੍ਰੇਮ ਲੱਦਿਆ ਸਿਰ ਚੁੱਕ ਚੁੱਕ ਕੇ ਪੈਂਦਾ ਹੈ। ਚਾਹੁੰਦਾ ਹੈ ਕੁਛ ਬਿਣੇ ਕਰਾਂ, ਪਰ ਗਲਾ ਰੁਕਦਾ ਹੈ। ਅੰਤ ਰੁਕ ਰੁਕ ਕੇ ਸੱਧਰਾਂ ਨੇ ਕਹਾਇਆ, ਮਹਿਲੀਂ ਚੱਲੋ। ਤਾਂ ਸਤਿਗੁਰੂ ਆਖਦਾ ਹੈ, ਫਕੀਰਾਂ ਨੂੰ ਛੱਪਰ ਕਿਨ ਛਾਏ। ਜਦ ਰਾਜਾ ਬਹੁਤ ਮਿਹਨਤ ਤੇ ਤਰਲੇ ਕਰਦਾ ਹੈ ਤਾਂ ਚੋਜੀ ਸਤਿਗੁਰੂ ਆਖਦਾ ਹੈ ਕਿ ਮੈਂ ਪਿਆਦਾ ਨਹੀਂ ਜਾਂਦਾ। ਤਦਹੂੰ ਰਾਜੇ ਸ਼ਿਵ ਨਾਮ ਆਖਿਆ, ਜੀ ਤੇਰਾ ਦਿੱਤਾ ਸਭ ਕੁਛ ਹੈ, ਹੁਕਮ ਹੋਵੇ ਤਾਂ ਘੋੜੇ ਹਾਥੀ ਚੜੀਏ ਅਤੇ ਜੀ ਤਖਤ ਰਵਾਂ ਚੜੀਏ। ਤਬ ਗੁਰੂ ਬਾਬੇ ਆਖਿਆ, ਜੋ ਹੈ ਰਾਜਾ ਅਸੀਂ ਮਨੁੱਖ ਦੀ ਸਵਾਰੀ ਕਰਦੇ ਹਾਂ। ਤਬ ਰਾਜੇ ਆਖਿਆ, ਜੀ ਮਨੁੱਖ ਵੀ ਬਹੁਤ ਹਨ, ਚੜ੍ਹ ਚਲੀਏ। ਤਬ ਬਾਬੇ ਆਖਿਆ, ਹੈ ਰਾਜਾ ਉਹ ਮਨੁੱਖ ਹੋਵੇ ਜੋ ਰਾਜ ਕੋਇਰ ਹੋਵੇ ਤੇ ਨਗਰ ਕਾ ਰਾਜਾ ਹੋਵੇ, ਤਿਸ ਕੀ ਪਿੱਠ ਉੱਪਰ ਚੜ੍ਹਾਂ। ਤਬ ਰਾਜੇ ਆਖਿਆ, ਪਾਤਸ਼ਾਹ ਜੀ ਤੇਰਾ ਕੀਤਾ ਰਾਜਾ ਮੈਂ ਹਾਂ, ਚੜ੍ਹ ਚਲੀਏ। ਤਾਂ ਸਤਿਗੁਰੂ ਜੀ ਮੁਸਕਰਾਏ ਤੇ ਬਚਨ ਕੀਤਾ, ਸ਼ਹਿਰ ਵਿੱਚ ਧਰਮਸ਼ਾਲ ਬਣਵਾਓ। ਮਹਿਲੀ ਨਹੀਂ ਪਰ ਧਰਮਸ਼ਾਲੇ ਆਵਾਂਗੇ। ਹੁਕਮ ਸੁਣ ਕੇ ਚੰਦ ਚੜ੍ਹ ਗਿਆ। ਰਾਜੇ ਨੇ ਦੇਸ਼ ਦੇ ਬਹੁਤ ਸਾਰੇ ਕਾਰੀਗਰ ਲਾ ਕੇ ਬਹੁਤ ਛੇਤੀ ਸੁੰਦਰ ਧਰਮਸ਼ਾਲ ਬਣਵਾ ਲਈ। ਜਦ ਬਾਗ ਵਿੱਚ ਆਪਣੇ ਅਣਡਿੱਠੇ ਪ੍ਰੀਤਮ ਪ੍ਰਾਣਾਂ ਤੋਂ ਪਿਆਰੇ ਪ੍ਰੀਤਮ ਤੇ ਹੁਣ ਸਾਖਸ਼ਾਤ ਪ੍ਰੀਤਮ ਨੂੰ ਲੈਣ ਗਿਆ ਤਾਂ ਅੱਗੇ ਆਪ ਦੀ ਸੁਗੰਧ ਰੂਪ ਕਾਇਆ ਉੱਥੋਂ ਲੋਪ ਸੀ। ਨ੍ਰਿਪ ਹਵੈ ਬਿਕਲ ਗਿਰਿਓ, ਤੇ ਥਾਉ ਸੁਧ ਬੁੱਧ ਰਹੀ ਨ ਕਛ ਤਹਿ ਆਣ। ਸ਼ੀਘਰ ਸੇਵਕ ਨਾ ਕਰਿਓ ਉਠਾਵਨ, ਜਲ ਮੁਖ ਪਾਏ ਕੀਣ ਸਾਵਧਾਨ। ਤਬੈ ਸਸ਼ੋਕ ਕਹੀ ਮੁਖ ਬਾਣੀ, ਕਹਾਂ ਗਏ ਸ੍ਰੀ ਗੁਰ ਸੁਖਦਾਨ। ਇਸ ਵੇਲੇ ਜੋ ਉਸ ਦੇ ਹਿਰਦੇ ਨੂੰ ਬਿਰਹ ਹੋਇਆ ਕਥਨ ਤੋਂ ਬਾਹਰ ਹੈ। ਬੇਹੋਸ਼ੀ ਹੋ ਗਈ, ਗਸ਼ ਆ ਗਈ। ਜਦ ਗਸ਼ ਤੋਂ ਕੋਈ ਉਪਾਵਾਂ ਨਾਲ ਹੋਸ਼ ਆਈ ਤਦ ਵਿਆਕਲ ਹੋ ਕੇ ਤਲਾਸ਼ ਕਰੇ, ਕੂਕੇ ਤੇ ਕੁਰਲਾਵੇ, ਫਿਰ ਟੋਲੇ ਭਾਲੇ ਤੇ ਵਿਰਲਾਪ ਕਰੇ। ਆਰਤ ਹੋਏ ਪੁਕਾਰਤ ਭਾਰੀ ਪ੍ਰਾਣਨਾਥ, ਮਿਲੀਐ ਇੱਕ ਬਾਰੀ। ਦੌਰ ਦੌਰ ਸੁਧ ਹੇਤ ਮੁਕੰਦਾ, ਬੂਝਤ ਬਿਟਪ ਬਹੰਗਨ ਬ੍ਰਿੰਦਾ। ਗਿਰਵਰ ਸਰਵਰ ਵਹਿ ਕਰ ਤੀਰਾ, ਤੁਮ ਦੇਖਿਓ ਖਿਤ ਗੁਣੀ ਗਹੀਰਾ। ਬਿਕਲ ਬਚਨ ਬੋਲਤ ਬਨ ਮਾਹੀ, ਕਹੇ ਸਥਾਨ ਬਿਲੋਕੇ ਨਾਹੀ। ਸੁਵੈਦ ਅੰਗ ਪੁੰਨ ਲੋਚਨ ਨੀਰਾ, ਸਰਬ ਭੀਗ ਗੇ ਚੀਰ ਸਰੀਰਾ। ਗ੍ਰਿਉ ਤਰਨ ਪਰ ਹਵੈ ਮੁਰਸ਼ਾਈ, ਤਬ ਪ੍ਰਗਟੇ ਸ੍ਰੀ ਗੁਰੂ ਜਗ ਸਾਈ। ਦੌੜ ਕੇ ਚਰਨੀ ਟੱਠਾ, ਫਿਰ ਚਰਨਾਂ ਨੂੰ ਲਿਪਟ ਗਿਆ। ਅਣਡਿੱਠੇ ਪ੍ਰੀਤਮ ਦਾ ਪ੍ਰੇਮੀ ਹੁਣ ਪ੍ਰਤੱਖ ਦਰਸ਼ਨ ਕਰ ਰਿਹਾ ਹੈ। ਮਨ ਵਿੱਚ ਪ੍ਰੇਮ ਤੇ ਚਾਉ ਹੈ ਔਰ ਆਪਣੇ ਤਾਰਨਹਾਰ ਤੋਂ ਸਦਕੇ ਹੋ ਰਿਹਾ ਹੈ। ਬੜੇ ਆਦਰ ਨਾਲ ਧਰਮਸ਼ਾਲ ਲੈ ਆਇਆ। ਰਾਣੀ ਚੰਦਰ ਕਲਾ ਤੇ ਸਾਰੇ ਪਰਿਵਾਰ ਨੇ ਪ੍ਰੇਮ ਭਰਿਆ ਆਪਾ ਵਰਨ ਵਾਲਾ ਦੈਵੀ ਤੇ ਇਲਾਹੀ ਸਤਿਕਾਰ ਕੀਤਾ। ਮੱਥਾ ਟੇਕਣਾ ਕੀ ਸੀ, ਇੱਕ ਬਿਜਲੀ ਦੇ ਘਰ ਨਾਲ ਛੂਹਣਾ ਸੀ। ਉਹ ਦੈਵੀ ਰੌਂ, ਉਹ ਦਮਕਦੀ ਲਹਿਰ, ਉਹ ਜਿਉਂਦੀ ਝਰਨਾਹਟ ਸਭਨਾਂ ਦੇ ਅੰਦਰ ਛਿੜ ਗਈ, ਜਿਸ ਬਿਨਾਂ ਨਰ ਜਿਉਂਦਾ ਮ੍ਰਿਤਕ ਸਮਾਨ ਹੈ। ਜਿਸ ਹਿਰਦੇ ਵਿੱਚ ਇਹ ਹੈ ਨਹੀਂ, ਉਹ ਹਿਰਦਾ ਇੱਕ ਕਲਾਵਤ ਕੰਮ ਕਰਦੀ ਸ਼ਕਤੀ ਹੈ। ਉਹ ਜੀਵਨ ਕਣੀ ਵਾਲੀ ਜਾਗਦੀ ਜੋਤ ਨਹੀਂ ਹੈ। ਹੁਣ ਲੋਕੀ ਜੋ ਅਚੰਭਾ ਹੋ ਰਹੇ ਸਨ ਕਿ ਰਾਜਾ ਕਿਸੇ ਅਣਡਿੱਠੇ ਪ੍ਰੀਤਮ ਦੇ ਪ੍ਰੇਮ ਵਿੱਚ ਬਾਵਲਾ ਹੋ ਰਿਹਾ ਹੈ, ਦੇਖਣ ਆਉਣ ਲੱਗੇ। ਸਭ ਤੋਂ ਪਹਿਲੇ ਵਿਦੂਖਕ ਜੀ ਪਰ ਅਸਰ ਪੈ ਰਿਹਾ ਸੀ। ਬਿਨ ਚਰਚਾ ਬਿਨ ਪੁੱਛੇ
ਇਸ ਨੇ ਤਾਂ ਇੱਕ ਦਿਨ ਕਹਿ ਦਿੱਤਾ, ਹੇ ਦਾਤੇ, ਤੇਰੇ ਅੰਦਰ ਜੋ ਜੀਵਾਵਣਹਾਰੀ ਸ਼ਕਤੀ ਹੈ, ਇਸ ਠਠੋਲ ਜਗਤ ਦੇ ਹਾਸੋ ਹੀਣੇ ਨੂੰ ਵੀ ਦੇ। ਸਤਿਗੁਰ ਨੇ ਕਿਹਾ, ਸਿਮਰਨ ਕਰ, ਕਹੋ ਮਾਲਕ ਹੈ, ਕਹੋ ਮੈਂ ਇਮਾਨ ਲਿਆਉਂਦਾ ਹਾਂ ਕਿ ਮੇਰਾ ਸਿਰਜਣਹਾਰ ਅਕਾਲ ਪੁਰਖ ਪਰਮੇਸ਼ਰ ਘਟ ਘਟ ਦਾ ਜਾਣਨਹਾਰ ਮੇਰੇ ਅੰਗ ਸੰਗ ਹੈ। ਇਮਾਨ ਲਿਆ ਤੇ ਹਰਦਮ ਇਸ ਯਾਦ ਵਿੱਚ ਰਹੋ, ਫਿਰ ਅੰਦਰ ਪਰਮੇਸ਼ਰ ਵਸੇਗਾ। ਤੂੰ ਸੁਖੀ ਖੁਸ਼ੀ ਤੇ ਖੀਵਾ ਰਹੇਗਾ। ਵਿਦੂਖਕ ਨੂੰ ਉਨਮਨੀ ਰੌਂ ਚੜ ਗਈ। ਦੂਜਾ ਗੇੜ ਮੰਤਰੀ ਨੂੰ ਲੱਗਾ, ਜੋ ਪਹਿਲੇ ਦਿਨ ਤੋਂ ਪ੍ਰੀਖਿਆ ਕਰਦਾ ਤੇ ਪਰਤਾਵੇ ਲੈਂਦਾ ਰਿਹਾ ਸੀ। ਤੀਜੇ ਸ੍ਰੀ ਪੰਡਤ ਜੀ ਆਏ। ਆਪ ਹਰ ਰੋਜ਼ ਚਰਚਾ ਕਰਨ ਲਈ ਆਉਂਦੇ, ਪਰ ਜਾਂ ਤਾਂ ਕਰਨ ਦਾ ਹੀਆ ਨਹੀਂ ਸੀ ਪੈਂਦਾ ਜਾਂ ਸਤਿਗੁਰ ਦੇ ਜਮਾਲ ਦਾ ਚਕਾਚੌਂਧ ਹੋ ਜਾਂਦੇ ਸਨ। ਇੱਕ ਦਿਨ ਆਇਆ ਤਾਂ ਸਤਿਗੁਰ ਸਮਾਧ ਵਿੱਚ ਟਿਕ ਰਹੇ ਸੇ। ਸੈਦੋ ਤੇ ਸੀਆ ਗਾਉ ਰਹੇ ਸਨ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ। ਅਹਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਪੰਡਤ ਸੁਣ ਕੇ ਮਸਤ ਜਿਹਾ ਹੋ ਗਿਆ। ਨੈਣ ਮੁੰਦ ਗਏ। ਮਨ ਨੂੰ ਕਹਿੰਦਾ ਹੈ, ਜੀ ਪੀਵਾਂ ਕੀਕੂ ਤੇ ਮਿਲੇ ਕਿੱਥੋਂ। ਇਹ ਫੁਰਨਾ ਫੁਰਦਿਆਂ ਉਸ ਨੂੰ ਇੱਕ ਦਿਵ ਮੂਰਤ ਨਜ਼ਰ ਪਈ। ਉਸ ਉੱਤਰ ਦਿੱਤਾ, ਸੰਸਾ ਮੇਟੋ। ਤਰਬਕ ਕੇ ਪੰਡਤ ਨੇ ਅੱਖ ਖੋਲੀ ਕਿ ਗੁਰੂ ਨਾਨਕ ਨੇ ਉੱਤਰ ਦਿੱਤਾ ਹੈ, ਪਰ ਜਾਂ ਦੇਖੇ ਤਾਂ ਉਹ ਮਗਨ ਬੈਠੇ ਹਨ। ਹੁਣ ਇਹ ਕੁਛ ਫੁਰਿਆ, ਫੇਰ ਮੇਟੋ, ਦੱਸੋ ਤੁਸੀਂ ਕੌਣ ਹੋ। ਫੁਰਦਿਆਂ ਸਾਰ ਝਲਕਾ ਵੱਜਾ। ਨੈਣ ਮੁੰਦ ਗਏ ਤਾਂ ਪੰਡਤ ਆਕਾਸ਼ਬਾਣੀ ਸੁਣਦਾ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ ਹੈ। ਪੰਡਤ, ਤਾਂ ਕੀ ਇਹ ਰੱਬ ਹੈ? ਗੈਬ ਦੀ ਆਵਾਜ਼, ਗੁਰੂ ਨਾਨਕ ਦਾ ਰੱਬ ਇਹ ਹੈ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਪੰਡਤ, ਫੇਰ ਕੀ ਤੂੰ ਜੋਗੀ ਹੈ? ਆਵਾਜ਼, ਜੋਗੀ ਜੁੜੇ ਨੂੰ ਆਖਦੇ ਹਨ। ਪੰਡਤ, ਹਾਂ ਜੀ। ਆਵਾਜ਼, ਕਿਸ ਦੇ ਨਾਲ? ਪੰਡਤ, ਹੈ ਮੈਂ ਨਹੀਂ ਸਮਝਿਆ। ਆਵਾਜ਼, ਤੂੰ ਜੋਗੀ ਉਸ ਨੂੰ ਆਖਦਾ ਹੈ ਜੋ ਆਪਣੇ ਆਪ ਵਿੱਚ ਇਕਾਗਰ ਹੋ ਗਿਆ, ਨਿਰੁੱਧ ਹੋ ਗਿਆ। ਪੰਡਤ, ਹਾਂ ਜੀ। ਆਵਾਜ਼, ਜੋ ਆਪੇ ਵਿੱਚ ਜੁੜ ਗਿਆ ਉਹ ਤਾਂ ਨਿਰੁੱਧ ਹੋ ਗਿਆ, ਕੇਵਲ ਹੋ ਗਿਆ, ਜਾਂ ਉਹ ਪੁਰਖ ਰੂਹ ਹੋ ਗਿਆ। ਅਜੇ ਉਹ ਅਸਲ ਜੋਗੀ ਨਹੀਂ ਹੈ। ਹਾਂ, ਜੇ ਉਹ ਸ਼ੁੱਧ ਹੋਇਆ ਪੁਰਖ ਅਰਥਾਤ ਰੂਹ ਪੁਰਖ ਵਿਸ਼ੇਸ਼ ਈਸ਼ਵਰ ਦੇ ਚਰਨੀ ਜਾ ਲੱਗੇ, ਤਾਂ ਜੋ ਜਿਸ ਤਰ੍ਹਾਂ ਉਸ ਈਸ਼ਵਰ ਪਰ ਮਾਇਆ ਕਦੇ ਨਹੀਂ ਪਈ, ਇਸ ਪੁਰਖ ਪਰ ਵੀ ਮਾਇਆ ਕਦੇ ਫੇਰ ਨਾ ਪਾ ਸਕੇ। ਨਹੀਂ ਤਾਂ ਜੀਕੂ ਕਦੇ ਅੱਗੇ ਇਸ ਨੂੰ ਅਕਾਰਨ ਫੜ ਬੈਠੀ ਸੀ, ਫੇਰ ਆ ਫੜੇਗੀ। ਪੁਰਖ ਤੇ ਪ੍ਰਕਿਰਤੀ, ਰੂਹ ਤੇ ਮਾਦਾ ਕਲਪਾਂਤਰ ਜਾਂ ਕਦੇ ਕਰਮ ਕਰਨ ਤੋਂ ਬਿਨਾਂ ਜੁੜੇ ਸੇ। ਪੁਰਖ ਵਿਸ਼ੇਸ਼ ਈਸ਼ਵਰ ਕਦੇ ਵੀ ਮਾਇਆ ਵਿੱਚ ਨਹੀਂ ਫਸਿਆ। ਜੇ ਪੁਰਖ ਹੁਣ ਪੁਰਖ ਵਿਸ਼ੇਸ਼ ਈਸ਼ਵਰ ਦੀ ਸ਼ਰਨ ਵਿੱਚ ਜਾ ਸਮਾਵੇ ਤਾਂ ਕਦੇ ਫੇਰ ਨਾ ਫਸੇਗਾ, ਤਦੋਂ ਅਸਲ ਜੋਗੀ ਹੋਵੇਗਾ। ਨਹੀਂ ਤਾਂ ਉਸ ਦਾ ਕੇਵਲ ਹੋਣਾ ਕੋਈ ਤੌਖਲੇ ਤੋਂ ਖਾਲੀ ਦਸ਼ਾ ਨਹੀਂ। ਜਿਵੇਂ ਕਦੇ ਅੱਗੇ ਮਾਇਆ ਵਿੱਚ ਪੈ ਗਿਆ ਸੀ, ਤਿਵੇਂ ਫੇਰ ਵੀ ਪੈ ਸਕਦਾ ਹੈ। ਚਾਹੋ ਇੱਥੇ ਦਲੀਲਾਂ ਤੇ ਘਾੜਤਾਂ ਕੱਢ ਲਓ, ਪਰ ਉਹ ਤਰਲੇ ਮਾਤਰ ਹਨ। ਕਿਉਂ ਪੰਡਤ? ਪੰਡਤ, ਹੈ ਜੀ। ਕੇਵਲ ਤੋਂ ਅੱਗੇ ਵੀ ਕੁਛ ਹੁੰਦਾ ਹੈ। ਆਵਾਜ਼, ਮਾਲਕ ਕੁੱਲ ਨੂੰ ਪ੍ਰੇਮ ਕਰ, ਆਤਮ ਪ੍ਰੇਮ ਕਰ, ਉਸ ਦੀ ਭਗਤੀ ਕਰ, ਉਸ ਨਾਲ ਜੁੜ, ਉਸ ਦੀ ਚਰਨ ਸ਼ਰਨ ਰਹੋ, ਉਸ ਤੋਂ ਕਦੇ ਅੱਡ ਨਾ ਹੋ, ਫਿਰ ਸਦਾ ਸੁਖੀ ਰਹੋ। ਕਲੇਸ਼ ਕਰਮ ਤੋਂ ਛੁੱਟ ਕੇ ਨਿਰਾ ਮੁਕਤ ਹੀ ਨਾ ਰਹੋ। ਮੁਕਤ ਹੋ ਕੇ ਅਰਥਾਤ ਮਾਇਆ ਤੋਂ ਛੁਟਕਾਰਾ ਪਾ ਕੇ ਈਸ਼ਵਰ ਦੀ ਸ਼ਰਨ ਸਮਾ ਤੇ ਸਦਾ ਆਨੰਦ ਰਹੋ। ਅਵਿਛੜ ਪਰਮਾਤਮਾ ਨਾਲ ਨਿਵਾਸ ਕਰ। ਤੂੰ ਮਾਇਆ ਤੋਂ ਮੁਕਤ ਹੋਣ ਨੂੰ ਜੋਗ ਆਖਦਾ ਹੈ, ਪਰ ਮੁਕਤ ਹੋਏ ਨੂੰ ਸਾਈਂ ਨਾਲ ਜੋੜੀਏ ਤਾਂ ਉਸ ਨੂੰ ਪੂਰਾ ਜੋਗੀ ਆਖੀਦਾ ਹੈ। ਤੂੰ ਕਲੇਸ਼ ਕਰਮ ਤੋਂ ਨਿਰੇ ਛੁੱਟੇ ਨੂੰ ਜੋਗੀ ਕਹਿੰਦਾ ਹੈ, ਪਰ ਪਰਮਾਨੰਦ ਵਿੱਚ ਪ੍ਰਾਪਤ ਈਸ਼ਵਰੀ ਸ਼ਰਨਾਗਤ ਸਦਾ ਰਸੀਆ, ਸਦਾ ਆਨੰਦੀ, ਸਦਾ ਲੀਨ ਨੂੰ ਜੋਗੀ ਕਹਿਣਾ ਚਾਹੀਏ। ਪੰਡਤ, ਮੰਨਿਆ,
ਠੀਕ ਹੈ, ਸੱਚ ਹੈ, ਇਹ ਗੁਰੂ ਨਾਨਕ ਸੰਸਾਰ ਪਰ ਕੀ ਕਰਨ ਆਇਆ ਹੈ। ਆਵਾਜ਼ ਸਾਖੀ ਭਰਨ ਕਿ ਰੱਬ ਹੈ। ਰੱਬ ਤਾਂ ਸਾਡੇ ਅੰਗ ਸੰਗ ਹੈ, ਰੱਬ ਤਾਂ ਸਾਨੂੰ ਪਿਆਰ ਕਰਦਾ ਹੈ। ਉਪਦੇਸ਼ ਦੇਣ ਕੇ ਤੁਸੀਂ ਰੱਬ ਤੇ ਨਿਸ਼ਚਾ ਧਾਰੋ, ਉਸ ਦੇ ਚਰਨਾਂ ਨਾਲ ਪ੍ਰੀਤ ਕਰੋ, ਉਸ ਨੂੰ ਹਰਦਮ ਅੰਦਰ ਵਸਾਓ, ਉਸ ਨਾਲ 8 ਪੈਰ ਜੁੜੋ, ਇੱਕਦਮ ਨਾ ਵਿਸਰੋ। ਐਉਂ ਮਿਲੇ ਸੰਸਾਰ ਯਾਤਰਾ ਨਿਭਾਓ, ਉਸ ਦੇ ਭੈ ਵਿੱਚ ਖਾਓ ਪੀਓ, ਉਸ ਦੇ ਭੈ ਤੇ ਭਾਉ ਵਿੱਚ ਟੁਰੋ, ਉਸ ਦੇ ਰੰਗ ਵਿੱਚ ਰੱਤੇ ਕੰਮ ਕਾਜ ਕਰੋ, ਉਸ ਦੇ ਪ੍ਰੇਮ ਪਰੋਤੇ ਇੱਥੋਂ ਉੱਜਲ ਮੁੱਖ ਜਾਓ। ਮੇਰਾ ਨਾਲ ਮਨੁੱਖਾਂ ਦੇ ਦੇਵਤੇ ਬਣਾਉਣ ਆਇਆ ਹੈ, ਦੇਵਤੇ ਬਣਾ ਕੇ ਸਰੂਪ ਪ੍ਰਾਪਤੀ ਕਰਾਉਣ ਆਇਆ ਹੈ, ਸਰੂਪ ਵਿੱਚ ਟਿਕ ਗਿਆ ਨੂੰ ਬ੍ਰਹਮ ਤੱਤਵ ਦਾ ਮੇਲ ਕੇ ਸਦਾ ਮੁਕਤ ਕਰਨ ਆਇਆ ਹੈ। ਪੰਡਤ ਘਬਰਾਇਆ, ਨੈਣ ਖੋਲੇ, ਨਾਨਕ ਛਵੀ ਦੇਖ ਕੇ ਨੈਣ ਮੋਹਤ ਹੋ ਫੇਰ ਮਿਟ ਗਏ। ਤੇ ਫੇਰ ਮਨ ਵਿੱਚ ਪੁੱਛਦਾ ਹੈ, ਹੇ ਨਾਨਕ, ਤੂੰ ਇਹ ਆਪੂ ਆਖਦਾ ਹੈ ਕਿ ਕੋਈ ਹੋਰ ਹੈ? ਆਵਾਜ਼ ਆਈ, ਮਾਲਕ ਦੇ ਬਖਸ਼ੇ ਗਿਆਨ ਨੂੰ ਆਖਦਾ ਹਾਂ। ਫੇਰ ਘਬਰਾ ਕੇ ਅੱਖ ਖੁੱਲੀ, ਗੁਰੂ ਨਾਨਕ ਦੇ ਚਿਹਰੇ ਤੋਂ ਅਰਸ਼ਾਂ ਕੁਰਸ਼ਾਂ ਦਾ ਨੂਰ ਵਸ ਰਿਹਾ ਹੈ। ਫੇਰ ਪੰਡਤ ਦੇ ਛੱਪਰ ਟਹਿ ਪਏ ਤੇ ਆਵਾਜ਼ ਆਈ, ਨਾਨਕ ਨੂਰੀ ਹੈ, ਨਾਨਕ ਜੋਤ ਨਰੰਜਨੀ ਵਿੱਚੋਂ ਆਇਆ ਹੈ, ਨਾਨਕ ਜੋ ਕਹਿੰਦਾ ਹੈ ਸਾਈਂ ਦਾ ਹੁਕਮ ਕਹਿੰਦਾ ਹੈ। ਹੁਣ ਫੇਰ ਨੈਣ ਖੁੱਲੇ ਤਾਂ ਪੰਡਤ ਨੂੰ ਗੁਰੂ ਜੀ ਦੇ ਚਿਹਰੇ ਤੋਂ ਇੱਕ ਪਹਿਲੋਂ ਤੋਂ ਵੀ ਵਧੀਕ ਜਲਾਲ ਨਜ਼ਰ ਆਇਆ। ਜਲਾਲ ਨੇ ਖਿੱਚਿਆ, ਖਿਚੀਂਦੇ ਨੂੰ ਸਤਿਗੁਰ ਦੇ ਜਮਾਲ ਦਾ ਝਲਕਾ ਵੱਜਾ। ਮੋਹਿਤ ਹੋ ਕੇ ਮੂਰਛਾ ਖਾ ਕੇ ਡਿੱਗ ਪਿਆ। ਜਾਂ ਉੱਠਿਆ ਤਾਂ ਹਿਰਦੇ ਦਾ ਕੜ ਪਾਟ ਚੁੱਕਾ ਸੀ, ਨੈਣ ਸ਼ਹਿਬਰ ਲਾ ਰਹੇ ਸਨ, ਸੀਨੇ ਦੀ ਤਪਤ ਮਿਟ ਰਹੀ ਸੀ, ਠੰਡ ਵਰਤ ਰਹੀ ਸੀ ਤੇ ਕੁਛ ਆਖ ਕੇ ਕੁਛ ਗਾ ਰਿਹਾ ਸੀ ਜੋ ਏਦਾਂ ਸੀ, ਤੂੰ ਜਗਤ ਗੁਰੂ ਹੈ, ਤੂੰ ਤ੍ਰਾਣ ਕਰਤਾ ਹੈ, ਮੈਂ ਕੋਰੜੂ ਮੋਠ ਤੂੰ ਵੀ ਤਾਰ। ਤਾਰ ਬਾਬਾ ਨਾਨਕ, ਮੈਨੂੰ ਕੋਰੜੂ ਨੂੰ ਤਾਰ ਦੇ। ਬਾਬਾ ਨਾਨਕ, ਮੇਰੀ ਜਿੰਚੜੀ ਨੂੰ ਮਾਰ ਦੇ। ਦਾਨ ਬਾਬਾ ਨਾਨਕ, ਮੈਨੂੰ ਸਿਮਰਨ ਦਾ ਦਾਨ ਦੇ। ਮਾਨ ਬਾਬਾ ਨਾਨਕ, ਮੈਨੂੰ ਚਰਨਾਂ ਦਾ ਮਾਣ ਦੇ। ਦੇ ਬਾਬਾ ਨਾਨਕ, ਜੀ ਦਾਨ ਮੈਨੂੰ ਦਾਨ ਦੇ। ਤੁੱਠਾ ਬਾਬਾ ਨਾਨਕ, ਮੈਨੂੰ ਆਤਮਾ ਦਾ ਦਾਨ ਦੇ। ਸ਼ਰਧਾ ਵਾਲੇ ਤਾਰ ਕੇ ਕੀਤੇ ਨੀ ਭਾਵ ਪਾਰ, ਇੱਕ ਨਿੰਦਕ ਵੀ ਤਾਰ ਲੈ ਟੱਠਾ ਆਣ ਜੋ ਦਵਾਰ। ਕਰੁਣਾ ਸਿੰਧੂ ਜੀ ਨੇ ਨੈਣ ਖੋਲੇ, ਚਰਨੀ ਟੱਠੇ ਨੂੰ ਕਿਰਪਾ ਕਟਾਖ ਨਾਲ ਤੱਕਿਆ, ਪਿੱਠ ਤੇ ਹੱਥ ਫੇਰਿਆ ਤੇ ਆਖਿਆ, ਨਿਹਾਲ ਸਿੱਖਾ ਨਿਹਾਲ। ਜਦ ਅਜ਼ਲੀ ਹੁਕਮ ਨਾਲ ਬਾਬੇ ਨੇ ਰੱਬੀ ਰੌਂ ਤੇ ਇਲਾਹੀ ਲਹਿਰ ਉਸ ਦੇ ਅੰਦਰ ਫੇਰੀ ਤਾਂ ਪੰਡਤ ਠੰਡਾ ਸਾਹ ਲੈ ਕੇ ਇਕੱਠਾ ਹੋ ਕੇ ਇਕਾਗਰ ਹੋ ਗਿਆ, ਲੀਨ ਹੋ ਗਿਆ, ਜੁੜ ਗਿਆ। ਜਦ ਉੱਠਿਆ ਤਾਂ ਉਥਾਨ ਨਹੀਂ ਹੋਇਆ, ਲਿਵ ਲੱਗ ਗਈ, ਲਿਵ ਦਾਨ ਪਾ ਲਿਆ। ਇੱਕ ਛੱਪੜ ਚੋਂ ਚਸ਼ਮੇ ਨਾਲੇ ਵਿਛੜ ਕੇ ਸੁੱਕ ਰਿਹਾ ਸੀ, ਤਰਕ ਰਿਹਾ ਸੀ। ਦੇਖੋ, ਉਸ ਦੇ ਤੇ ਚਸ਼ਮੇ ਦੇ ਵਿਚਕਾਰ ਨਹਿਰ ਖੁੱਦ ਗਈ ਹੈ। ਛੱਪੜ ਦੀ ਚਸ਼ਮੇ ਨਾਲ ਲਿਵ ਲੱਗ ਗਈ ਹੈ। ਹੁਣ ਲਗਾਤਾਰ ਰੌਂ, ਜਿਉਂਦੀ ਰੌਂ ਆਉਂਦੀ ਹੈ, ਛੱਪੜ ਨੂੰ ਤਰੋ ਤਾਜ਼ਾ ਕਰ ਰਹੀ ਹੈ। ਸੋਮਾ ਤੇ ਸਰੋਵਰ ਇੱਕ ਰੂਪ ਹੋ ਰਹੇ ਹਨ। ਧੰਨ ਧੰਨ ਬਾਬਾ ਨਾਨਕ। ਓਏ ਲੋਕੋ, ਬਾਬਾ ਨਾਨਕ ਧੰਨ ਹੈ। ਬਾਬਾ ਨਾਨਕ, ਇਹ ਆਖਣ ਵਾਲਾ ਬਾਬਾ ਨਾਨਕ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ। ਜੋ ਕਹਿੰਦਾ ਹੈ ਮੈਂ ਰੱਬ ਨਹੀਂ ਪਰ ਉਸ ਦਾ ਜਨ ਹਾਂ। ਪਰ ਦੇਖੋ, ਰੱਬ ਨਾਲ ਮੇਲ ਦਿੰਦਾ ਜੇ। ਇੱਕ ਪਾਸੇ ਰੱਬ ਦੇ ਪੈਰ ਫੜਦਾ ਹੈ, ਦੂਜੇ ਪਾਸੇ ਮਨੁੱਖ ਦਾ ਸੀਸ ਫੜਦਾ ਹੈ ਤੇ ਜੋੜ ਦਿੰਦਾ ਹੈ। ਧੰਨ ਬਾਬਾ, ਧੰਨ ਤੇਰਾ ਬੰਦਾ ਹੋਣਾ, ਧੰਨ ਤੇਰਾ ਜਨ ਤੇ ਦਾਸ ਬਣਨਾ। ਉਹ ਜਾਣੇ ਤੂੰ ਕੁਛ ਕਹੋ, ਤੇਰੀ ਇਹੋ ਮਨੁੱਖਤਾਈ ਸਾਡੇ ਲਈ ਅਲੂਹੀਅਤ ਹੈ, ਤੂੰ ਜਨ ਹੈ। ਮੈਂ ਕਹਿੰਦਾ ਹਾਂ, ਤੇਰੀ ਇਹ ਹਉਂ ਤੋਂ ਅਤੀਤਤਾਈ ਹੈ ਜੋ ਬੰਦਿਆਂ ਨੂੰ ਰੱਬ ਨਾਲ ਮੇਲਦੀ ਹੈ। ਤੂੰ ਦਰਗਾਹ ਦਾ ਬਸੀਠ ਹੈ, ਤੂੰ ਮਿੱਤਰ ਵਿਚੋਲਾ ਹੈ। ਧਨ ਹੈ ਤੂੰ ਜੋ ਪਹਿਲੋਂ ਖੁੰਭ ਚਾੜਦਾ ਹੈ, ਧੋਂਦਾ ਹੈ, ਇਕੱਠਿਆਂ ਕਰਦਾ ਹੈ, ਫੇਰ ਸਾਈਂ ਦੀ ਰੰਗਣ ਚਾੜ ਕੇ ਮੇਲਦਾ ਹੈ।
ਸਾਡੇ ਨਤਾਣਿਆਂ ਦਾ ਇਹ ਕੰਮ ਕਰੀ ਜਾ, ਤੂੰ ਧਨ ਹੈ, ਤੂੰ ਧਨ ਹੈ। ਪੰਡਤ ਜੀ ਨੂੰ ਅੱਜ ਸਵਾਦ ਆ ਰਿਹਾ ਹੈ। ਕਹਿੰਦਾ ਹੈ, ਇਹ ਸਾਧੂ ਨਹੀਂ ਹੈ, ਇਹ ਆਦਮੀ ਨਹੀਂ ਹੈ, ਇਹ ਜ਼ਰੂਰ ਅਵਤਾਰ ਹੈ। ਵਿਦੂਖਕ ਦਾ ਭਰਮ ਠੀਕ ਸੀ, ਇਹ ਨਾਨਕ ਅਵਤਾਰ ਹੈ। ਸ੍ਰਿਸ਼ਟੀ ਦਾ ਭਾਰ ਹਰਨ ਆਇਆ ਹੈ। ਪੁਰਾਣਾ ਨੇ ਜਿਸ ਦਾ ਪਤਾ ਦਿੱਤਾ ਹੈ, ਇਹ ਉਹੋ ਹੀ ਹੈ। ਜਿਉਂ-ਜਿਉਂ ਪੰਡਤ ਜੀ ਦੇ ਅੰਦਰ ਰਸ ਦੇ ਹੁਲਾਰੇ ਪੈਣ, ਤਿਉਂ-ਤਿਉਂ ਕਹੇ, ਇਹ ਅਵਤਾਰ ਸ਼੍ਰੋਮਣ ਹੈ। ਆਏ, ਰਾਜਾ ਸੱਚਾ ਸੀ ਜੋ ਕਹਿੰਦਾ ਸੀ ਕਿ ਇਹ ਬੁੱਧੀ ਮੰਡਲ ਤੋਂ ਉੱਚਾ ਰਸ ਹੈ। ਪਰ ਮੈਂ ਕਿਸ ਭੁਲੇਖੇ ਵਿੱਚ ਰਿਹਾ। ਮੈਂ ਜਾਤਾ ਕੋਈ ਸੁੱਕਾ ਪਿੰਜਰ, ਬੇਹੋਸ਼, ਮੁਰਦਿਹਾਣ ਵਾਲਾ, ਨਿਤਾਣੇ ਰੂਪ ਵਾਲਾ, ਤਪਾ ਕੇ ਜੋਗੀ ਹੋਏਗਾ ਤੇ ਸਾਨੂੰ ਨਿਤਾਣਿਆਂ ਕਰ ਸੱਟੇਗਾ। ਇਹ ਤਾਂ ਗੱਲ ਹੀ ਹੋਰ ਨਿਕਲੀ। ਦੇਖੋ ਕਿਸ ਤਰ੍ਹਾਂ ਮਨ ਇਕਾਗਰ ਹੈ, ਸੰਕਲਪ ਨਹੀਂ ਪੈਂਦਾ। ਇੱਕ ਖਿੱਚ ਉੱਪਰ ਨੂੰ ਧੋਈ ਜਾਂਦੀ ਹੈ ਤੇ ਰਸ ਮਗਨ ਕਰੀ ਜਾਂਦੀ ਹੈ। ਇਹ ਆਰੂੜ ਅਵਸਥਾ ਹੈ। ਠੀਕ ਇਸ ਦਾਤ ਦਾ ਦਾਤਾ ਆਮ ਆਦਮੀ ਨਹੀਂ, ਉਹ ਕਿਸੇ ਵਿਸ਼ੇਸ਼ਤਾ ਵਾਲਾ ਹੈ ਔਰ ਉਹ ਨੂਰ ਵਿੱਚੋਂ ਆਇਆ ਹੈ। ਬਹੁਤਾ ਪੜ੍ਹਿਆ ਹੋਇਆ ਤੇ ਬਹੁਤਾ ਹਠੀਆ ਜਦ ਅਮੰਨਾ ਕਰ ਲੈਂਦਾ ਹੈ ਤਾਂ ਬਹੁਤ ਰਸ ਮਾਣਦਾ ਹੈ। ਤਦੋਂ ਉਸ ਦੇ ਕੰਨ ਵਿੱਚ ਵਿਦਿਆ ਚੌਧਰਾਣੀ ਆਖਦੀ ਹੈ, ਮੈਂ ਨਹੀਂ ਸਾਂ ਇਹੋ ਗੱਲ ਆਖ ਰਹੀ। ਭਾਗਵਾਨ ਨੇ ਆਖਤਾ ਰਹੀ ਸੈਂ, ਪਰ ਨਾਲ ਸੈਂਸੇ ਵੀ ਤੂੰ ਪਾਉਂਦੀ ਸੈਂ। ਪੰਡਤ ਜੀ ਤੋਂ ਮਗਰੋਂ ਇਹ ਰੱਬੀ ਰਹੁ ਤੇ ਇਸ ਦੀ ਇਲਾਹੀ ਦਾਤ ਦਾ ਪ੍ਰਕਾਸ਼ ਵਧਿਆ। ਲੋਕ ਲੱਗੇ ਸਾਈਂ ਦੇ ਪਿਆਰ ਵਿੱਚ ਆਉਣ। ਨਾਲ ਲੰਗਰ ਜਾਰੀ, ਜੋ ਬਾਬੇ ਦੀ ਸ਼ਰਨ ਆਵੇ ਬੇੜਾ ਪਾਰ। ਚਰਨੀ ਲਾਇਓਸ, ਜਨਮ ਮਰਨ ਰਾਜੇ ਸ਼ਿਵ ਨਾਮ ਦਾ ਕੱਟਿਆ। ਸਿੱਖ ਹੋਆ ਸੈਦੇ ਜੱਟ, ਜਾਤ ਕੇਹੋਂ ਪਾਹੁਲ ਹੁਕਮ ਨਾਲ ਦਿੱਤੀ। ਸਾਰਾ ਦੀਪ ਸਿੱਖ ਹੋਆ, ਗੁਰੂ ਗੁਰੂ ਲੱਗਾ ਜਪਨ। ਸਾਰਾ ਖੰਡ ਬਖਸ਼ਿਆ, ਰਾਜੇ ਸ਼ਿਵ ਨਾਮ ਕੈ ਪਿੱਛੇ। ਇਸ ਤਰ੍ਹਾਂ ਸਾਰੇ ਲੋਕਾਂ ਨੂੰ ਬਾਬੇ ਨੇ ਤਾਰਿਆ। ਉੱਥੇ ਬੜੀ ਸੰਗਤ ਬਣ ਗਈ। ਨਿਤ ਸਤਸੰਗ ਹੋਵੇ, ਸਵੇਰੇ ਚੌਂਕੀ ਲੱਗੇ, ਸਾਂਝ ਨੂੰ ਸੋਧਰ ਗਾਵੀਏ। ਲੋਕੀ ਕਾਰ ਵਿਹਾਰ ਕਰਨ, ਨਾਲ ਸਾਈਂ ਨਾਲ ਲਿਵ ਲਾਈ ਰੱਖਣ। ਜਬ ਰਾਤ ਪਵੈ ਤਾਂ ਸਭੇ ਇਕੱਠੇ ਆਏ ਬਹਿਣ ਧਰਮਸ਼ਾਲਾ। ਤਬ ਇੱਕ ਸਿੱਖ ਪ੍ਰਸ਼ਾਦ ਰਾਤੀ ਕਹਿ ਜਾਵੇ, ਭਲਕੇ ਇਕੱਠੇ ਜਾਏ ਖਾਵਨ। ਕੁਛ ਕਾਲ ਸਤਿਗੁਰੂ ਜੀ ਉੱਥੇ ਰਹੇ। ਸੰਗਤ ਵਿੱਚ ਸ਼ਿਵਨਾਭ ਦਾ ਪ੍ਰੇਮ ਤੇ ਸਾਈਂ ਰਸ ਵਿੱਚ ਚੜ੍ਹਾਓ ਸਭ ਤੋਂ ਉੱਚਾ ਸੀ। ਸੋ ਸਤਿਗੁਰੂ ਜੀ ਨੇ ਸਾਰੀ ਸੰਗਤ ਦਾ ਵੱਡਾ ਵੀ ਉਸੇ ਨੂੰ ਥਾਪਿਆ, ਮੰਜੀ ਬਖਸ਼ੀ ਔਰ ਆਗਿਆ ਕੀਤੀ ਕਿ ਤੂੰ ਪ੍ਰਾਣੀ ਮਾਤਰ ਦੇ ਉਧਾਰ ਵਾਸਤੇ ਸਾਧੂ ਹੋਇਆ। ਇੱਕ ਪਾਸੇ ਰਾਜ ਕਮਾਵੇਂਗਾ, ਦੂਜੇ ਪਾਸੇ ਸਹਿਜ ਪਦ ਵਿੱਚ ਖੇਡੇਂਗਾ, ਤੀਏ ਪਾਸੇ ਸਾਈਂ ਦੀ ਸ੍ਰਿਸ਼ਟੀ ਦਾ ਉਧਾਰ ਤੇਰੇ ਹੱਥ ਹੋਵੇਗਾ। ਇਸ ਤਰ੍ਹਾਂ ਸ੍ਰੀ ਗੁਰੂ ਜੀ ਪਰਮੇਸ਼ਰ ਦੇ ਪਿਆਰ ਦਾ, ਸੱਚੇ ਧਰਮ ਦਾ, ਸੱਚੇ ਰਸਤੇ ਦਾ ਇੱਕ ਮੰਡਲ ਤਿਆਰ ਕਰਕੇ ਹੋਰ ਦੇਸ਼ ਨੂੰ ਤਾਰਨ ਹਿਤ ਉਪਕਾਰੀ ਬੱਦਲ ਸਮਾਨ ਰਮਦੇ ਰਹੇ। ਵਿਛੋੜੇ ਪਰ ਰਾਜਾ ਨੇ ਬੜਾ ਵੈਰਾਗ ਕੀਤਾ। ਉਸ ਦਾ ਚਿੱਤ ਵਿਛੜਨੇ ਨੂੰ ਨਾ ਕਰੇ। ਸਾਰੀ ਸੰਗਤ ਕੁਰਲਾਵੇ, ਪਰ ਸ੍ਰੀ ਬਾਬੇ ਆਖਿਆ, ਜਿੱਤ ਵੱਲ ਸਾਈਂ ਦਾ ਹੁਕਮ ਹੈ, ਤਿੱਤ ਵੱਲ ਰਾਉ ਕਰਨਾ ਹੈ। ਜਦ ਸ੍ਰੀ ਗੁਰੂ ਜੀ ਵਿਦਾ ਹੋਏ ਤਾਂ ਆਕਾਸ਼ ਵਿੱਚੋਂ ਇੱਕ ਆਵਾਜ਼ ਆਈ। ਰਸੀਏ ਦੇ ਨੈਣ ਮੁੰਦ ਗਏ। ਇਉਂ ਲੱਗਾ ਕੋਈ ਤ੍ਰਿਖੀ ਵੇਗ ਵਾਲੀ ਸ਼ਕਤੀ ਲੈ ਜਾ ਰਹੀ ਹੈ। ਜਾਂ ਫਿਰ ਨੈਣ ਖੋਲੇ ਤਾਂ ਰਸੀਆ ਉਸ ਆਕਾਸ਼ ਦੇ ਮੱਧ ਖੜਾ ਸੀ ਔਰ ਅੰਮਾ ਰੱਜੀ ਰਾਜੀ ਪਾਸ ਖੜੀ ਸੀ। ਆਖਣ ਲੱਗੀ, ਇਹ ਨਾਮ ਕੀ ਸ਼ੈ ਹੈ? ਤੱਕ ਲਿਆ ਹੈ। ਕੀਕੂ ਰਾਜਾ ਪ੍ਰੇਮੀ ਹੋ ਕੇ ਲਿਵ ਵਿੱਚ ਮਗਨ ਹੋ ਗਿਆ। ਲਿਵ ਲੱਗ ਗਏ। ਕੀਕੂ ਅਬਚਲੀ ਜੋਤ ਦੇ ਰਸ ਦਾ ਨਿਰੰਤਰ ਰਸੀਆ ਹੋ ਗਿਆ। ਕੀਕੂ ਦਾ ਉੱਤਰ ਡਿੱਠਾ ਹੈ। ਰਸੀਆ, ਇਹ ਸਾਰਾ ਕੌਤਕ ਮੇਰੇ ਪ੍ਰਸ਼ਨ ਦਾ ਉੱਤਰ ਸੀ। 450 ਬਰਸ ਦੀ ਪੁਰਾਣੀ ਬੀਤੀ ਵਾਰਤਾ ਸਾਮਰ ਤੱਕ ਹੁੰਦੀ ਮੈਨੂੰ ਵਿਖਾ ਦਿੱਤੀ ਤੇ ਨਾਮ ਦਾ ਰੰਗ ਵਰਤਦਾ ਦਿਖਾ ਦਿੱਤਾ। ਧੰਨ ਹੋ ਅੰਮਾ। ਇਸ ਰਸਤੇ ਵਿਸ਼ਵਾਸ ਅਮੋਲਕ ਵਸਤੂ ਹੈ। ਇੱਕ ਇੱਕ ਕਿਣਕਾ ਕਾਲਾਂ ਬਾਅਦ ਤਰੱਕੀ ਕਰਦਾ ਹੈ।
ਵਿਸ਼ਵਾਸ ਜੀਵਨ ਹੈ, ਸੰਸਾ ਮੌਤ ਹੈ। ਤੂੰ ਪੁੱਛਿਆ ਸੀ ਮੈਂ ਤੈਨੂੰ ਪਿਆਰ ਕਰਦੀ ਹਾਂ, ਇਸ ਕਰਕੇ ਮੈਂ ਤੈਨੂੰ ਪ੍ਰਤੱਖ ਦਿਖਾ ਦਿੱਤਾ ਹੈ ਕਿ ਸਿਮਰਨ ਪ੍ਰੇਮ ਹੈ, ਪ੍ਰੇਮ ਜੀਵਨ ਹੈ। ਪਰ ਅਮੋਲਕ ਸ਼ੈ ਸਣੇ ਸਣੇ ਲੱਜਦੀ ਹੈ ਤੇ ਮਿਹਰ ਨਾਲ ਲੱਜਦੀ ਹੈ। ਦੇਖੀ, ਹੋਸ਼ ਕਰੀ, ਵਿਸ਼ਵਾਸ ਕੋਈ ਮਨੌਤ ਮਾਤਰ ਨਹੀਂ, ਵਿਸ਼ਵਾਸ ਆਤਮ ਨੇਤਰ ਹੈ ਇਸ ਪਰ ਦ੍ਰਿੜ ਵਿਸ਼ਵਾਸ। ਇਹ ਆਤਮ ਅਰੂੜਤਾ ਪਹਿਲੀ ਪੌੜੀ ਹੈ ਦੀ ਨਿਰੰਤਰ ਪ੍ਰਤੀਤੀ। ਇਹ ਆਤਮ ਪਦ ਅਰੂੜਤਾ ਹੈ। ਜਿਸ ਦੇ ਅੰਦਰ ਵਿਸ਼ਵਾਸ ਦ੍ਰਿੜ ਹੋ ਗਿਆ, ਉਸ ਦੇ ਮਗਰ ਮਗਰ ਬ੍ਰਹਮ ਗਿਆਨ ਹੈ। ਅਰਥਾਤ ਬੁੱਧ ਦੀ ਚੋਟੀ ਤੋਂ ਅੱਗੇ ਵਿਸ਼ਵਾਸ ਦੀ ਘਾਟੀ ਹੈ, ਔਰ ਉਸ ਤੋਂ ਅੱਗੇ ਪਰਮ ਪਦ ਸਫਲ ਗਿਆਨ ਦੀ ਚੋਟੀ ਹੈ। ਵਿਸ਼ਵਾਸ ਬੁੱਧੀਹੀਨਤਾ ਨਹੀਂ, ਪਰ ਨਾਲ ਹੀ ਸਮਝ ਲੈ ਕਿ ਸੰਸੇ ਬ੍ਰਿਤੀ ਬੁੱਧੀ ਨਹੀਂ ਹੈ। ਬੁੱਧੀ ਵਿੱਚੋਂ ਸੰਸਾ ਮਿਟ ਗਿਆ, ਹੈ ਦਾ ਭਾਵ ਆ ਗਿਆ, ਫਿਰ ਲਿਵ ਵੱਧਦੀ ਹੈ ਤੇ ਵਿਸ਼ਵਾਸ ਮੌਲਦਾ ਹੈ। ਅੱਗੇ ਪਰਮ ਪਦ ਹੈ। ਰਸੀਆ, ਅੰਮਾ ਤੇਰੀਆਂ ਦਾਤਾਂ ਹਨ। ਅੰਮਾ, ਤੈਨੂੰ ਪਤਾ ਹੈ ਤੂੰ ਕਿੱਥੇ ਹੈ? ਰਸੀਆ, ਹੈ, ਪਰ ਦ੍ਰਿੜ ਵਿਸ਼ਵਾਸ ਜਿਸ ਨੂੰ ਤੁਸਾਂ ਪਹਿਲੀ ਪੌੜੀ ਕਿਹਾ ਹੈ, ਕੀਕੂ ਆਉਂਦਾ ਹੈ। ਅੰਮਾ, ਨਾਲ ਨਾਲ ਨਾਮ ਜਪਣ ਨਾਲ, ਨਾਮ ਸਿਮਰਨ ਨਾਲ। ਤਾਂ ਰਸੀਏ ਨੇ ਕੀ ਡਿੱਠਾ ਕਿ ਸਿੱਖਾਂ ਪਿਆਰਿਆਂ ਨੂਰ ਭਰੇ ਚਿਹਰਿਆਂ ਵਾਲਿਆਂ ਦੇ ਜਥੇ ਦੇ ਜਥੇ ਸੁੰਦਰ ਸਫੈਦ ਬਸਤਰਾਂ ਵਿੱਚ ਕੀਰਤਨ ਕਰਦੇ ਆਕਾਸ਼ਾਂ ਤੋਂ ਦੂਰ ਦੂਰ ਦੇ ਮੰਡਲਾਂ ਤੋਂ ਆ ਰਹੇ ਹਨ ਤੇ ਸਾਰੇ ਹੇਠਾਂ ਧਰਤੀ ਵੱਲ ਟੁਰੇ ਜਾਂਦੇ ਹਨ। ਰਸੀਆ, ਅੰਮਾ, ਇਹੋ ਜਿਹੇ ਸੋਹਣੇ ਲੋਕ ਮੇਰੀ ਤੱਤੀ ਧਰਤੀ ਤੇ ਕਿਉਂ ਜਾ ਰਹੇ ਹਨ? ਅੰਮਾ, ਤੇਰੀ ਇਹ ਧਰਤੀ ਰਾਗ ਦੁਐਖ ਨਾਲ ਤਪਤ ਹੈ। ਜੋ ਸਾਈਂ ਦੇ ਸਿਮਰਨ ਤੋਂ ਬਾਹਰ ਹਨ, ਜਿਨ੍ਹਾਂ ਵਿੱਚ ਪਰਮੇਸ਼ਰ ਦਾ ਪ੍ਰੇਮ ਨਹੀਂ, ਸੋ ਤੱਤੇ ਹਨ। ਜੋ ਪ੍ਰੇਮ ਵਾਲੇ ਹਨ, ਉਹਨਾਂ ਲਈ ਧਰਤ ਸੁਹਾਵੀ ਹੈ। ਧਰਤੀ ਫੁੱਲਾਂ ਦਾ ਬਗੀਚਾ ਹੈ। ਰਸੀਆ, ਸੱਚਮੁੱਚ ਧਰਤੀ ਸੁਹਾਵੀ ਥਾਂ ਹੈ। ਪਰ ਮਾਂ ਜੀ, ਇਹ ਲੋਕ ਕਿਉਂ ਹੇਠਾਂ ਜਾ ਰਹੇ ਹਨ? ਅੰਮਾ, ਅੱਜ ਸਤਿਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਾ ਦਿਨ ਹੈ। ਮਾਤ ਲੋਕ ਦੇ ਪ੍ਰੇਮੀ ਇਸ ਨੂੰ ਯਾਦਗਾਰ ਜਾਣ ਕੇ ਗੁਰੂ ਨਾਨਕ ਦੇ ਸ਼ੁਕਰ ਕਰ ਰਹੇ ਹਨ, ਅਰਦਾਸੇ ਸੋਧ ਰਹੇ ਹਨ, ਦਾਨ ਦੇ ਰਹੇ ਹਨ ਤੇ ਖੁਸ਼ੀਆਂ ਮਨਾ ਰਹੇ ਹਨ। ਉਹਨਾਂ ਦੇ ਪ੍ਰੇਮ ਭਰੇ ਅਹਿਲਾਦ ਨੂੰ ਵੇਖਣ, ਉਹਨਾਂ ਨੂੰ ਦੈਵੀ ਖੁਸ਼ੀ ਦੇ ਅੰਦਰ ਰੱਖਣ ਲਈ ਇਹ ਗੁਪਤ ਦੇਸ਼ ਦੀਆਂ ਸੰਗਤਾਂ ਜਾ ਰਹੀਆਂ ਹਨ। ਤੈਨੂੰ ਰਾਜੇ ਸ਼ਿਵਨਾਬ ਦਾ ਪ੍ਰੇਮ ਦਿਖਾ ਕੇ ਗੁਰਪੁਰਬ ਦਾ ਮਨੋਰਥ ਦੱਸਿਆ ਹੈ ਕਿ ਸਤਿਗੁਰ ਜਿਸ ਦਾ ਅੱਜ ਪੁਰਬ ਹੈ, ਉਹ ਸੰਸਾਰ ਵਿੱਚ ਕੀਕੂ ਤੇ ਕੀ ਕੰਮ ਕਰਦਾ ਰਿਹਾ ਹੈ। ਤੁਸੀਂ ਜੋ ਉਸ ਦੇ ਸਿੱਖ ਹੋ, ਮਨਸੁਖ ਵਾਂਗੂ ਪ੍ਰੇਮ ਰਸ ਦੇ ਰਸੀਏ ਬਣੋ ਤੇ ਫਿਰ ਇਸ ਰਸ ਦਾ ਪ੍ਰਚਾਰ ਕਰੋ। ਇਲਾਹੀ ਨੂਰ ਨੂੰ ਵਰਤਾਓ, ਰੱਬੀ ਰੌਂ ਦਾਨ ਕਰੋ। ਲੋੜਵੰਦ ਪ੍ਰਾਣੀਆਂ ਨੂੰ ਜੀ ਦਾਨ ਦੇ ਕੇ ਸਾਈਂ ਦਾ ਰਸੀਆ ਬਣਾਓ। ਜਾਓ ਬੇਟਾ ਹੁਣ। ਰਸੀਆ, ਮਾਂ, ਮੈਨੂੰ ਹੁਣ ਕੋਲੇ ਹੀ ਰੱਖ ਲਓ ਨਾ। ਅੰਮਾ, ਚੁੱਪ ਬੱਚਾ, ਅਜੇ ਹੁਕਮ ਨਹੀਂ। ਹੁਣ ਰਸੀਏ ਦੇ ਮਿੱਟੀ ਦੇ ਨੈਣ ਵੀ ਖੁੱਲੇ। ਕੀ ਦੇਖਦਾ ਹੈ ਕਿ ਮੈਂ ਆਪਣੇ ਪਲੰਘ ਤੇ ਪਿਆ ਹਾਂ। ਨੇਤਰ ਉਸੇ ਤਰ੍ਹਾਂ ਆਕਾਸ਼ਾਂ ਵਿੱਚ ਹਨ। ਤਾਰਾ ਮੰਡਲ ਦੀ ਸੁੰਦਰਤਾ ਮੋਹ ਰਹੀ ਹੈ। ਚੰਦਰਮਾ ਹੇਠਾਂ ਜਾ ਲੱਗਾ ਹੈ। ਤਾਰੇ ਲਟਕ ਗਏ ਹਨ। ਠੰਡ ਕਰਾਰੀ ਹੋ ਗਈ ਹੈ, ਪਰ ਹੈ ਸੁਹਾਵੀ। ਸਰੀਰ ਹਲਕਾ ਫੁੱਲ ਹੈ। ਦਿਲ ਸ਼ਾਂਤ ਖੁਸ਼ੀ ਵਿੱਚ ਹੈ। ਅੰਗ ਅੰਗ ਰਸ ਵਿੱਚ ਹੈ। ਕੋਈ ਨੀਂਦ ਸੁਭਾਗੀ ਨੀਂਦ ਹੁੰਦੀ ਹੈ। ਉਸ ਨੀਂਦ ਨੂੰ ਸੁਰ ਨਰ ਮੁੰਜਨ ਖੋਜਦੇ ਹਨ, ਪਰ ਹੈ ਸਭ ਦਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।